कि हाई कोर्ट ने ऑर्डर किए ने कि किसान रस्ता खाली कर दें। रस्ता दिल्ली सरकार ने रोकिया होया, असी रस्ता रोकिया ही नहीं। सानू ते खामखा बदनाम किया जा रहा है। कि जो गन्ने का धरना सी जलंधर वाला उस सरकार दे नाल प्री प्लान फिक्स मैच सी। ये अंदोलन नूं बदनाम करने लई सरकार साजिश करती है। बार बार दीवार है मोरे कंक्रीट दी, वो दिल्ली सरकार ने बनाई है। जिदन कोर्ट सानू बुलाएगा असीं जाके देवांगे जवाब। ਤੇ ਫਿਰ ਤੁਹਾਨੂੰ ਲੱਗਦਾ ਨਹੀਂ ਮੀਟਿੰਗ ਦੇ ਵਿੱਚ ਜਾ ਕੇ ਤੁਸੀਂ ਉੱਥੇ ਇਹ ਗੱਲ ਮੀਟਿੰਗ ਦੇ ਵਿੱਚ ਰੱਖਦੇ? ਤੁਸੀਂ ਕੈਪਟਨ ਦੇ ਮੂੰਹ ਨੂੰ ਲੱਡੂ ਲਾਤਾ ਪਰ ਤੁਹਾਨੂੰ ਸ਼ਹੀਦੀਆਂ ਨਹੀਂ ਦਿੱਤੀਆਂ। ਸਾਡਾ ਅੱਜ ਸ਼ਰੀਕ ਬਣਿਆ ਹੋਇਆ ਨਰਿੰਦਰ ਮੋਦੀ। ਉਹ ਯਾਰ ਆਪਣੇ ਹਲਕੇ 'ਚ ਕੰਮ ਕਰੋ 5 ਸਾਲ। ਮੈਂ ਕਹਿੰਦਾ ਇੱਕ ਰੈਲੀ ਦੀ ਵੀ ਨਹੀਂ ਲੋੜ। ਫਿਰ ਤੁਹਾਡੇ ਚਰਨਾਂ 'ਚ ਡਿੱਗ ਕੇ ਕਹਿਣਗੇ ਕਿਵੇਂ ਇਹਨਾਂ ਨੂੰ ਅਸੀਂ ਰੱਦ ਕਰੀਏ ਤਾਂ ਕਿਵੇਂ ਅਸੀਂ ਤੁਹਾਨੂੰ ਐਮਐਸਪੀ ਦੇ ਗਰੰਟੀ ਕਾਨੂੰਨ ਬਣਾ ਕੇ ਦਈਏ। ਫਿਰ ਸੁਪਰੀਮ ਜਿਹੜਾ ਹੈ ਉਹ ਸੰਯੁਕਤ ਮੋਰਚਾ ਹੈ, ਇਹਦੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਮਨਜੀਤ ਰਾਏ ਜੀ ਨੂੰ। ਅੰਦੋਲਨ ਦੇ ਪ੍ਰਤੀ ਗੱਲ ਕਰਾਂਗੇ, ਕਿਵੇਂ ਚੱਲ ਰਿਹਾ ਹੈ, ਕੀ ਅੰਦੋਲਨ ਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਹੈ। ਜੋ ਤੁਹਾਡੇ ਸਵਾਲ ਨੇ, ਜੋ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛਦੇ ਹੋ ਜਾਂ ਤੁਸੀਂ ਸਾਨੂੰ ਇਨਬਾਕਸ ਕਰਕੇ ਪੁੱਛਦੇ ਹੋ, ਅੱਜ ਉਹ ਬੜੇ ਕਰੜੇ ਸਵਾਲ ਮਨਜੀਤ ਰਾਏ ਜੀ ਨੂੰ ਪੁੱਛਾਂਗੇ। ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ। ਰਾਏ ਸਾਹਿਬ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜੋ ਇਸ ਵੇਲੇ ਚੱਲ ਰਿਹਾ ਹੈ ਕਿ ਹਾਈ ਕੋਰਟ ਨੇ ਆਰਡਰ ਕੀਤੇ ਨੇ ਕਿ ਕਿਸਾਨ ਰਸਤਾ ਖਾਲੀ ਕਰ ਦੇਣ। ਕਿਸੇ ਨੇ PIL ਵੀ ਪਾਈ ਤੇ ਸੁਪਰੀਮ ਕੋਰਟ ਨੇ ਵੀ ਕਹਿੰਦੇ ਜਾਂ ਹਾਈ ਕੋਰਟ ਨੇ ਆਰਡਰ ਕੀਤੇ ਨੇ। ਇਹ ਕਿਸਾਨ ਰਸਤਾ ਖਾਲੀ ਕਿਉਂ ਨਹੀਂ ਕਰਦੇ? ਦਰਅਸਲ ਵੀਰ ਜੀ, ਪਹਿਲੀ ਗੱਲ ਤਾਂ ਰਸਤਾ ਕਿਸਾਨਾਂ ਨੇ ਰੋਕਿਆ ਨਹੀਂ ਹੈ। ਸਾਡੀ ਸਰਵਿਸ ਰੋਡ ਅਸੀਂ ਪਹਿਲਾਂ ਤੋਂ ਹੀ ਖਾਲੀ ਛੱਡੀ ਹੋਈ ਆ। ਲੋਕਲ ਲੋਕ ਜਾ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਕਾਰ ਨੇ ਪਹਿਲਾਂ ਵੀ ਇੱਕ ਵਾਰੀ, ਜਿਹੜੀ ਹਰਿਆਣਾ ਸਰਕਾਰ ਹੈ, ਉਹ ਲੋਕਲ ਪ੍ਰਸ਼ਾਸਨ ਸੋਨੀਪਤ ਨੇ ਸਾਨੂੰ ਬੁਲਾਇਆ ਸੀ ਜਦੋਂ ਕਰੋਨਾ ਦੀ ਵੱਡੀ ਮਾਰ ਸੀ ਦਿੱਲੀ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਸਾਈਡ ਤੋਂ ਰਸਤਾ ਫ੍ਰੀ ਕਰੋ। ਅਸੀਂ ਉਹਨਾਂ ਨੂੰ ਕਿਹਾ ਸਾਡੀ ਸਰਵਿਸ ਰੋਡ ਬਿਲਕੁਲ ਖਾਲੀ ਮਿਲੂਗੀ, ਕੋਈ ਪ੍ਰੋਬਲਮ ਨਹੀਂ ਆਊਗੀ। ਜਿਹੜੀ ਅੱਗੇ ਦੀਵਾਰ ਕੀਤੀ ਹੋਈ ਹੈ ਦਿੱਲੀ ਸਰਕਾਰ ਨੇ, ਉਹ ਤਾਂ ਸਰਕਾਰ ਨੇ ਖੋਲ੍ਹਣੀ ਹੈ, ਅਸੀਂ ਤਾਂ ਬੰਦ ਨਹੀਂ ਕੀਤੀ ਹੋਈ, ਤੁਸੀਂ ਖੁਲਵਾਓ। ਪਰ ਉਹ ਬੜਾ ਐਮਰਜੈਂਸੀ ਟਾਈਮ ਸੀ, ਉਦੋਂ ਵੀ ਉਹ ਸਰਕਾਰ ਨੇ ਦੀਵਾਰ ਉੱਥੋਂ ਖੋਲ੍ਹੀ ਨਹੀਂ। ਜਿਹੜੇ ਆਕਸੀਜਨ ਦੇ ਟੈਂਕਰ ਸਨ ਉਹ ਸਾਈਡ ਤੋਂ ਗਲੀਆਂ ਥਾਣੀ ਘੁੰਮ ਕੇ ਜਾਂਦੇ ਰਹੇ। ਸਾਡੇ ਵੱਲੋਂ ਖੁੱਲ੍ਹਾ ਸੀ ਵੀ ਸਾਈਡ ਤੋਂ ਹੀ ਨਿਕਲਦੇ ਸੀ, ਪਰ ਜਿਹੜੀ ਮੋਰੇ ਦੀਵਾਰ ਕਰਕੇ ਉਹਨਾਂ ਨੂੰ ਗਲੀਆਂ ਵਿੱਚ ਹੀ ਘੁੰਮ ਕੇ ਜਾ ਕੇ ਫਸ ਕੇ ਜਾਣਾ ਪੈਂਦਾ ਸੀ। ਇਹ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਸਾਜ਼ਿਸ਼ ਕਰਦੀ ਹੈ ਬਾਰ-ਬਾਰ। ਅੱਜ ਵੀ ਅਸੀਂ ਉਹਨਾਂ ਨੇ ਜਦੋਂ ਸਾਨੂੰ ਮੀਟਿੰਗ ਬੁਲਾਈ, ਮੈਂ ਗਿਆ ਸੀ ਉਸ ਮੀਟਿੰਗ ਦੇ ਵਿੱਚ। ਔਰ ਉਸ ਮੀਟਿੰਗ ਦੇ ਵਿੱਚ ਜਦੋਂ DC ਸੋਨੀਪਤ ਨੇ ਗੱਲ ਰੱਖੀ ਕਿ ਕੋਈ ਮੋਨਿਕਾ ਅਗਰਵਾਲ ਹੈ, ਉਹਨੇ ਕੰਪਲੇਂਟ ਪਾਈ ਹੈ ਕਿ ਰਸਤਾ ਖੋਲ੍ਹਿਆ ਜਾਵੇ ਇੱਕ ਸਾਈਡ ਤੋਂ। ਹੁਣ ਸਾਨੂੰ ਉਹ ਦਿਖਾਏ ਕੋਰਟ ਦੇ ਆਰਡਰ ਬੈਸੇ, ਉਹਦੇ ਵਿੱਚ ਸਾਨੂੰ ਪਾਰਟੀ ਦਾ ਕਿਸਾਨਾਂ ਨੂੰ ਬਣਾਇਆ ਨਹੀਂ ਹੋਣੀ, ਨਾ ਮੋਨਿਕਾ ਅਗਰਵਾਲ ਨੇ ਨਾ ਹੀ ਕੋਰਟ ਨੇ। ਪਰ ਫਿਰ ਵੀ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਕਿ ਭਾਈ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ, ਸਾਡੀ ਤਾਂ ਸਰਵਿਸ ਰੋਡ ਖਾਲੀ ਹੈ। ਲੋਕਲ ਲੋਕ ਆਪਣੇ ਘਰਾਂ ਨੂੰ ਆਉਂਦੇ ਜਾਂਦੇ ਨੇ। ਸਿਰਫ ਵੱਡੇ ਵਾਹੀਕਲ ਬੰਦ ਕੀਤੇ ਹੋਏ ਨੇ, ਉਹ ਵੀ ਇਸ ਖਦਸ਼ੇ ਦੇ ਨਾਲ ਕਿ ਸਾਡੇ ਜਿਹੜੇ ਕਿਸਾਨ ਵਿੱਚ ਬਜ਼ੁਰਗ 80 90 ਸਾਲ ਦੇ ਬਜ਼ੁਰਗ ਨੇ, ਜਦੋਂ ਵੱਡੇ ਟੈਂਕਰ ਆਉਂਦੇ ਨੇ ਬੜੀ ਤੇਜ਼ੀ ਨਾਲ ਆਉਂਦੇ ਨੇ, ਕੋਈ ਕ੍ਰਾਸ ਕਰਦਾ, ਕੋਈ ਹੈਪਨਸ ਹੋ ਗਿਆ, ਉਹਦਾ ਕੌਣ ਰਿਸਪੌਂਸੀਬਲ ਹੈ। ਇਸ ਕਰਕੇ ਵੱਡੇ ਟੈਂਕਰ ਬੰਦ ਕੀਤੇ ਹੋਏ ਨੇ। ਅਸਲ ਗੱਲ ਜਿਹੜੀ ਹੈ ਕਿ ਜਿਹੜੀ ਦੀਵਾਰ ਹੈ ਮੂਹਰੇ ਕੰਕਰੀਟ ਦੀ, ਉਹ ਦਿੱਲੀ ਸਰਕਾਰ ਨੇ ਬਣਾਈ ਹੋਈ ਹੈ। ਰਸਤਾ ਦਿੱਲੀ ਸਰਕਾਰ ਨੇ ਰੋਕਿਆ ਹੋਇਆ, ਅਸੀਂ ਰਸਤਾ ਰੋਕਿਆ ਹੀ ਨਹੀਂ। ਸਾਨੂੰ ਤੇ ਖਾਮਖਾ ਬਦਨਾਮ ਕੀਤਾ ਜਾ ਰਿਹਾ ਹੈ ਕਿ ਤੁਸੀਂ ਰਸਤਾ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ, ਕਿਸਾਨ ਰਸਤਾ ਨਹੀਂ ਖੋਲ੍ਹਦੇ। ਮੈਂ ਕਹਿੰਦਾ ਮੀਡੀਆ ਸਾਰੇ ਨੂੰ ਅਪੀਲ ਕਰਦਾ, ਉਹ ਵਿਖਾਓ ਸਗੋਂ ਜਾ ਕੇ ਕਿ ਜਿਹੜੀ ਉਹ ਕੰਕਰੀਟ ਦੀ ਦੀਵਾਰ ਬਣੀ ਹੋਈ ਹੈ ਉਹ ਖੋਲ੍ਹ ਦੇਣ। ਅਸੀਂ ਤਾਂ ਬੜੇ ਦਿਨਾਂ ਤੋਂ ਉਹਨਾਂ ਨੂੰ ਕਿਹਾ ਸਾਨੂੰ ਖੋਲ੍ਹ ਦਿਓ ਦੀਵਾਰ ਅੱਗੇ ਤੋਂ, ਕਿਉਂਕਿ ਜਦੋਂ ਪਹਿਲਾਂ 26 ਤੋਂ ਪਹਿਲਾਂ ਉਹ ਦੀਵਾਰ ਨਹੀਂ ਸੀ। ਤੇ ਸਾਡੀ ਇੱਕ ਜਥੇਬੰਦੀ ਅੱਗੇ ਬੈਠੀ ਹੈ, ਸਾਡੇ ਕੁਝ ਕਿਸਾਨ ਵੀ ਅੱਗੇ ਪਿੱਛੇ ਜਾਏ ਆਉਂਦੇ ਸਨ। ਜਿਹੜੇ ਉੱਥੇ ਦੇ ਲੋਕਲ ਲੋਕ ਹੁਣ ਗਲੀਆਂ ਵਿੱਚ ਦੀ ਪਰੇਸ਼ਾਨ ਹੋ ਰਹੇ ਨੇ ਘੁੰਮ ਕੇ, ਉਹ ਵੀ ਨਿਕਲ ਜਾਇਆ ਕਰਦੇ ਸਨ। ਲੋਕਲ ਐਮਰਜੈਂਸੀ ਸੇਵਾਵਾਂ ਜਿਹੜੀਆਂ ਸੀ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ, ਹੁਣ ਲੋਕਲ ਐਮਰਜੈਂਸੀ ਸੇਵਾਵਾਂ ਨੂੰ ਵੀ ਪ੍ਰੋਬਲਮ ਹੈ ਉਸ ਦੀਵਾਰ ਦੇ ਨਾਲ। ਸੋ ਅਸੀਂ ਬਿਲਕੁਲ ਨਹੀਂ ਉਹ ਰਸਤਾ ਰੋਕਿਆ ਹੋਇਆ। ਰਸਤਾ ਰੋਕਿਆ ਹੋਇਆ ਦਿੱਲੀ ਸਰਕਾਰ ਨੇ। ਦਿੱਲੀ ਸਰਕਾਰ ਨੇ ਕੰਕਰੀਟ ਦੀ ਦੀਵਾਰ ਕੀਤੀ ਹੋਈ ਹੈ, ਸਾਡੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੈ। ਬਿਲਕੁਲ ਸਰਵਿਸ ਰੋਡ ਖਾਲੀ ਹੈ ਔਰ ਅਸੀਂ ਬਿਲਕੁਲ ਕੋਈ ਰਸਤਾ ਨਹੀਂ ਬੰਦ ਕੀਤਾ ਹੋਇਆ। ਰਾਏ ਸਾਹਿਬ, ਤੁਹਾਨੂੰ ਹਰਿਆਣਾ ਦੇ ਪ੍ਰਸ਼ਾਸਨ ਨੇ, ਡਿਸਟ੍ਰਿਕਟ ਜਿਹੜੇ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਨੇ ਮੀਟਿੰਗ ਲਈ ਬੁਲਾਇਆ ਸੀ ਕਿ ਸਾਰੀਆਂ ਜਥੇਬੰਦੀਆਂ ਆਉਣ, ਤਕਰੀਬਨ 42-43 ਨਾਮ ਸੀ। ਉਹਦਾ ਬਾਈਕਾਟ ਕਿਉਂ ਕੀਤਾ ਗਿਆ? ਜੇ ਇਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਕੰਕਰੀਟ ਦੀ ਵਾਲ ਅੱਗੇ ਹੈਗੀ, ਅਸੀਂ ਰੋਕਿਆ ਨਹੀਂ, ਤੇ ਫਿਰ ਤੁਹਾਨੂੰ ਲੱਗਦਾ ਨਹੀਂ ਮੀਟਿੰਗ ਦੇ ਵਿੱਚ ਜਾ ਕੇ ਤੁਸੀਂ ਉੱਥੇ ਇਹ ਗੱਲ ਮੀਟਿੰਗ ਦੇ ਵਿੱਚ ਰੱਖਦੇ? ਦੇਖੋ, ਮੈਂ ਵੀ ਜੀ ਇਹ ਗੱਲ ਦੱਸਣੀ ਚਾਹਾਂਗਾ, ਕਲੀਅਰ ਕੱਟ ਹੈ
ਕਿ ਉਹ ਸਰਕਾਰ ਸਾਨੂੰ ਪਾਰਟੀ ਬਣਾਉਣਾ ਚਾਹੁੰਦੀ ਹੈ ਇਹਦੇ ਵਿੱਚ, ਜਦ ਕਿ ਸਾਨੂੰ ਨਾ ਤੇ ਜਿਹੜੀ ਐਪਲੀਕੇਸ਼ਨ ਕਰਤਾ, ਜਿਹੜੀ ਕੰਪਲੇਂਟਡ ਹੈ, ਨਾ ਤਾਂ ਉਹਨੇ ਸਾਨੂੰ ਪਾਰਟੀ ਬਣਾਇਆ, ਜਿਹੜੇ ਪਟੀਸ਼ਨ ਦਾਇਰ ਕਰਤਾ ਨੇ, ਔਰ ਪਟੀਸ਼ਨਰ ਵੀ ਸਾਨੂੰ ਪਾਰਟੀ ਨਹੀਂ ਬਣਾਉਂਦਾ, ਕੋਰਟ ਵੀ ਸਾਨੂੰ ਪਾਰਟੀ ਨਹੀਂ ਬਣਾਉਂਦਾ। ਜਾਣ ਬੁੱਝ ਕੇ ਹਰਿਆਣਾ ਸਰਕਾਰ ਸਾਨੂੰ ਉਹਦੇ ਵਿੱਚ ਇਨਵੋਲਵ ਕਰਨਾ ਚਾਹੁੰਦੀ ਹੈ, ਸਾਨੂੰ ਪਾਰਟੀ ਬਣਾਉਣਾ ਚਾਹੁੰਦੀ ਹੈ। ਜਿਸ ਦਿਨ ਕੋਰਟ ਸਾਨੂੰ ਬੁਲਾਏਗਾ ਅਸੀਂ ਜਾ ਕੇ ਦੇਵਾਂਗੇ ਜਵਾਬ। ਜਿਸ ਦਿਨ ਸਾਨੂੰ ਪਟੀਸ਼ਨ ਕਰਤਾ, ਸਾਡੇ ਤੇ ਕੰਪਲੇਂਟ ਪਾਏਗਾ, ਉਹ ਅਸੀਂ ਦੇਵਾਂਗੇ ਜਵਾਬ। ਮੇਰੇ ਕੋਲ ਗੱਡੀ ਸ਼ਾਇਦ ਪਿਆ ਹੋਵੇਗਾ, ਸਾਨੂੰ ਦਿੱਤਾ ਹੈ ਡੀਸੀ ਨੇ, ਮੈਂ ਉਹ ਤੁਹਾਨੂੰ ਮੁਹੱਈਆ ਵੀ ਕਰਾ ਦਿਆਂਗਾ। ਔਰ ਉਹ ਆਰਡਰ ਦੇ ਵਿੱਚ ਇਹ ਵੀ ਨਹੀਂ ਲਿਖਿਆ, ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, ਕੋਰਟ ਨੇ ਇਹ ਵੀ ਨਹੀਂ ਲਿਖਿਆ ਵੀ ਰਸਤਾ ਖਾਲੀ ਕਰਾਓ। ਕੋਰਟ ਨੇ ਇਹ ਲਿਖਿਆ ਕਿ 20 ਤਰੀਕ ਨੂੰ ਤੁਸੀਂ ਆ ਕੇ ਸਰਕਾਰ ਦੱਸੋ ਕਿ ਇਹ ਰਸਤਾ ਖਾਲੀ ਹੋ ਸਕਦਾ ਹੈ, ਇੱਕ ਸਾਈਡ ਖਾਲੀ ਹੋ ਸਕਦੀ ਕਿ ਨਹੀਂ। ਸਿਰਫ ਜਵਾਬ ਮੰਗਿਆ ਹਰਿਆਣਾ ਸਰਕਾਰ ਕੋਲੋਂ। ਤਾਂ ਫਿਰ ਸਾਡਾ ਤਾਂ ਰੋਲ ਹੀ ਕੋਈ ਨਹੀਂ ਹੈ। ਤੇ ਸਰਕਾਰ ਸਾਨੂੰ ਤਾਂ ਐਵੇਂ ਹੀ ਉਹਦੇ ਵਿੱਚ ਪਾਰਟੀ ਬਣਾਉਣਾ ਚਾਹੁੰਦੇ, ਇੱਕ ਸਾਜ਼ਿਸ਼ ਦੇ ਤਹਿਤ ਕਿ ਦੇਖੋ ਜੀ ਰਸਤਾ ਨਹੀਂ ਖੋਲ ਰਹੀ ਦਿੱਲੀ ਸਰਕਾਰ, ਮਗਰੋਂ ਆਖਣਗੇ ਕਿਸਾਨ ਨਹੀਂ ਜੀ ਮੰਨੇ, ਕਿਸਾਨ ਕਹਿ ਕੇ ਅਸੀਂ ਰਸਤਾ ਨਹੀਂ ਖੋਲਣਾ। ਸਾਡੇ ਮੂੰਹ 'ਚ ਗੱਲ ਪਾਉਣੀ ਚਾਹੁੰਦੇ ਨੇ ਕਿ ਇਹ ਗੱਲ ਜਿਹੜੀ ਆਮ ਲੋਕਾਂ ਦੇ ਮਨ 'ਚ ਭਰਮ ਬਣਾਉਣ ਲਈ ਇਹ ਬੀਜੇਪੀ ਜਿਹੜੀ ਸਰਕਾਰ ਹੈ, ਹਰਿਆਣੇ 'ਚ ਵੀ ਬੀਜੇਪੀ ਦੀ ਸਰਕਾਰ ਹੈ, ਕੇਂਦਰ 'ਚ ਵੀ, ਇਹ ਬੜੇ ਸ਼ੜਯੰਤਰਕਰਤਾ ਨੇ। ਇਹ ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਲਈ, ਇੱਕ ਭਰਮ ਪੈਦਾ ਕਰਨ ਲਈ ਕਿ ਕਿਸਾਨ ਜਿਹੜੇ ਉਹ ਰਸਤਾ ਨਹੀਂ ਛੱਡ ਰਹੇ, ਜਦ ਕਿ ਦੀਵਾਰ ਦਿੱਲੀ ਸਰਕਾਰ ਨੇ ਕੀਤੀ ਹੋਈ ਹੈ। ਔਰ ਸਾਨੂੰ ਕੋਰਟ ਦਾ ਆਰਡਰ ਵਿਖਾ ਕੇ, ਭੈ ਬਣਾ ਕੇ ਵੀ ਇਹ ਪਾਰਟੀ ਸਾਨੂੰ ਵਿੱਚ ਬਣਾਉਣਾ ਚਾਹੁੰਦੇ ਨੇ। ਅਸੀਂ ਪਾਰਟੀ ਕਿਉਂ ਬਣੀਏ? ਇਸ ਕਰਕੇ ਸਾਡੀ ਕੱਲ ਬੱਤੀਆਂ ਦੀ ਮੀਟਿੰਗ ਹੋਈ, ਅਸੀਂ ਰਹਿ ਕਰ ਲਈ ਕਿ ਸਾਡੀ ਇਸ ਮੀਟਿੰਗ ਦੇ ਵਿੱਚ ਜਾਣਾ ਕੋਈ ਮਤਲਬ ਹੀ ਨਹੀਂ ਬਣਦਾ, ਕੋਈ ਤੁਕ ਹੀ ਨਹੀਂ ਹੈ ਜਾਣ ਦੀ। ਸਰਕਾਰ ਨੇ ਜਵਾਬ ਦੇਣਾ 20 ਤਰੀਕ ਨੂੰ ਕੋਰਟ ਦੇ ਵਿੱਚ, ਵੀ ਰਸਤਾ ਖੁੱਲ ਸਕਦਾ ਕਿ ਨਹੀਂ ਖੁੱਲ ਸਕਦਾ। ਸਾਡਾ ਉਹ 'ਚ ਕੀ ਰੋਲ ਹੈ ਜੀ? ਉਹ ਜੇ ਰਸਤਾ ਖੁੱਲ ਸਕਦਾ ਤਾਂ ਦਿੱਲੀ ਸਰਕਾਰ ਨਾਲ ਗੱਲ ਕਰਨ, ਦੀਵਾਰ ਤੁੜਵਾ ਦੇਣ, ਰਸਤਾ ਖੋਲ ਦੇਣ। ਪਰ ਅਸੀਂ ਤਾਂ ਰਸਤਾ ਆਲਰੇਡੀ ਸਰਵਿਸ ਰੋਡ ਸਾਡੀ ਚਾਲੂ ਹੈ, ਐਮਰਜੈਂਸੀ ਸੇਵਾਵਾਂ ਅਸੀਂ ਬੰਦ ਨਹੀਂ ਕੀਤੀਆਂ, ਉਹ ਫਿਰ ਵੀ ਚਾਲੂ ਰਹਿਣਗੀਆਂ, ਔਰ ਵੱਡੇ ਵਾਹੀਕਲ ਜਿਹੜੇ ਬੰਦ ਨੇ। ਹੋਰ ਐਸਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਸਵਾਲ ਉੱਠਿਆ ਜਥੇਬੰਦੀਆਂ ਦੇ ਉੱਪਰ, ਖਾਸ ਕਰਕੇ ਤੁਹਾਡੇ ਤੇ ਰਾਜੇਵਾਲ ਸਾਹਿਬ ਤੇ, ਕਿ ਤੁਸੀਂ ਕੈਪਟਨ ਦੇ ਮੂੰਹ ਨੂੰ ਲੱਡੂ ਲਾਤਾ ਪਰ ਤੁਹਾਨੂੰ ਸ਼ਹੀਦੀਆਂ ਨਹੀਂ ਦਿਖੀਆਂ। ਇਹਦੇ ਉੱਪਰ ਤੁਸੀਂ ਆਪਣਾ ਕੀ ਪ੍ਰਤੀਕਰਮ ਰੱਖਣਾ ਚਾਹੁੰਦੇ ਹੋ? ਦੇਖੋ ਵੀਰ ਜੀ, ਮੈਂ ਇੱਕ ਕਹਾਂਗਾ ਕਿ ਜਦੋਂ ਜੰਗ ਦੇ ਮੈਦਾਨ 'ਚ ਹੋਈਦਾ ਤੇ ਜਦੋਂ ਜੰਗ ਜਿੱਤਦੇ ਆਪਾਂ, ਮੋਰਚੇ ਦੀ ਜਿੱਤ ਹੁੰਦੀ ਹੈ, ਬਾਰਡਰ ਤੇ ਬਹੁਤ ਸਾਰੇ ਸੈਨਿਕ ਲੜਦੇ ਨੇ, ਜਵਾਨ ਲੜਦੇ ਨੇ, ਉੱਥੇ ਵੱਡੀਆਂ ਸ਼ਹਾਦਤਾਂ ਹੁੰਦੀਆਂ ਨੇ। ਔਰ ਜਦੋਂ ਮੋਰਚਾ ਜਿੱਤਦੇ ਆ ਤਾਂ ਜਿਹੜੇ ਸਾਥੀ ਮੋਰਚਾ ਜਿੱਤ ਕੇ ਘਰ ਪਰਤ ਆਉਂਦੇ ਵਾਪਸ, ਉਹ ਭੰਗੜੇ ਪਾਉਂਦੇ ਆਉਂਦੇ ਨੇ ਕਿ ਅਸੀਂ ਮੋਰਚਾ ਜਿੱਤ ਕੇ ਆਏ। ਔਰ ਫਿਰ ਜਿਹੜੇ ਉਹਨਾਂ ਦੇ ਮੇਨ ਸੂਬੇਦਾਰ ਹੁੰਦੇ ਨੇ, ਮੇਜਰ ਹੁੰਦੇ ਨੇ, ਉਹਨਾਂ ਨੂੰ ਪੁਰਸਕਾਰ ਵੀ ਦਿੱਤੇ ਜਾਂਦੇ ਆ ਜਿੱਤ ਦੇ। ਮੈਂ ਇਹ ਗੱਲ ਕਹਾਂਗਾ, ਠੀਕ ਹੈ ਸਾਡੇ ਸ਼ਹੀਦ ਹੋਏ ਨੇ, ਸਾਨੂੰ ਦਰਦ ਹੈ ਉਹਨਾਂ ਦਾ, ਅਸੀਂ ਤਾਂ ਹੱਥੀਂ ਤੋਰੇ ਨੇ, ਇਹ ਕਿਵੇਂ ਕਹਿ ਸਕਦੇ ਕਿ ਸਾਨੂੰ ਦਰਦ ਨਹੀਂ? ਪਰ ਮੈਂ ਇਹ ਕਹੂੰਗਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਮੇਰੇ ਖਿਆਲ 'ਚ ਅੱਜ ਤੱਕ ਕਿਸੇ ਜਥੇਬੰਦੀ ਨੇ, ਭਾਰਤ ਦੀ ਨੇ ਤੇ ਕਿਸੇ ਸਰਕਾਰ ਨੇ ਐਡੀ ਉਪਲਬਧੀ ਨਹੀਂ ਪ੍ਰਾਪਤ ਕੀਤੀ ਹੋਊਗੀ ਜਿੰਨਾ ਅਸੀਂ ਕਾਂਗਰਸ ਦੇ ਧੌਣ ਤੇ ਗੋਡਾ ਰੱਖ ਕੇ, ਉਸ ਕੈਪਟਨ ਦੇ ਧੌਣ ਤੇ ਗੋਡਾ ਰੱਖ ਕੇ 20,000 ਪ੍ਰਤੀ ਏਕੜ, 50 ਰੁਪਏ ਕੁਇੰਟਲ ਨਹੀਂ, 20,000 ਰੁਪਏ ਪ੍ਰਤੀ ਏਕੜ ਦੇ ਜਿਹੜੇ ਆ ਉਹ ਅਸੀਂ ਪ੍ਰਾਪਤੀ ਕੀਤੀ ਆ। 50 ਰੁਪਏ ਕਹਿਣ ਨੂੰ, ਕਿਉਂਕਿ ਮੈਂ ਗੰਨੇ ਦੀ ਮੇਰੀ ਖੇਤੀ ਵੱਧ ਹੈ ਤੇ ਮੈਨੂੰ ਪਤਾ ਹੈ ਕਿ 400 ਕੁਇੰਟਲ ਜਿਹੜਾ ਗੰਨਾ ਪ੍ਰਤੀ ਏਕੜ ਅਸੀਂ ਕੱਢ ਰਹੇ ਨੇ। ਬੇਸ਼ੱਕ ਐਕਸਪਰਟ ਕਹਿੰਦੇ ਨੇ ਕਿ 350 ਦੀ ਐਵਰੇਜ ਆਉਂਦੀ ਹੈ, ਪਰ ਜਿਹੜੇ ਅੱਛੇ ਖੇਤ ਨੇ, ਜਿਵੇਂ ਅੱਸੂ ਵਾਲਾ ਗੰਨਾ 500 ਤੱਕ ਵੀ ਪਹੁੰਚਦਾ ਹੈ। ਟੋਟਲ ਐਵਰੇਜ ਸਾਡੀ ਜਿਹੜੀ ਆ ਉਹ 400 ਦੇ ਕਰੀਬ ਚਲੀ ਜਾਂਦੀ ਹੈ ਤੇ 20,000 ਪ੍ਰਤੀ ਏਕੜ ਸਾਡੀ ਪ੍ਰਾਪਤੀ ਹੋਈ, ਵੱਡੀ ਪ੍ਰਾਪਤੀ ਸੀ। ਉਸ ਵੇਲੇ ਮਾਹੌਲ ਇਦਾਂ ਦਾ ਹੋ ਗਿਆ, ਠੀਕ ਹੈ, ਅਸੀਂ ਐਗਰੀ ਵੀ ਕੀਤਾ ਕਿ ਜੇ ਨਾ ਵੀ ਉਹ ਲੱਡੂ ਮੂੰਹ ਲਾਉਂਦੇ ਤਾਂ ਵੀ ਸਰ ਸਕਦਾ ਸੀ। ਪਰ ਉਹ ਜਿਹੜੇ ਅਫਸਰਾਂ ਨੇ ਜਦੋਂ ਚੱਕ ਕੇ ਉਹ ਪਲੇਟ ਅੱਗੇ ਕਰ ਦਿੱਤੀ, ਸਾਡੇ ਉਹ ਬੇਸਣ ਸੀ ਜਿਹੜਾ ਸਾਨੂੰ ਖਵਾਇਆ ਸੀ, ਉਹ ਚੋਂ ਬਚਦਾ ਉਹਨੂੰ ਇੱਕ ਪਲੇਟ ਕਰਕੇ ਅੱਗੇ ਕਰ ਦਿੱਤਾ ਤੇ ਅਸੀਂ ਉਹ ਚੱਕ ਕੇ ਕੈਪਟਨ ਦੇ ਮੂੰਹ ਨੂੰ ਲਾਤਾ। ਪਰ ਮੈਂ ਕਹੂੰਗਾ ਸਾਡੀ ਕੋਈ ਕੈਪਟਨ ਸ਼ਰੀਕਾ ਵੰਡ ਹੈ, ਅਸੀਂ ਉਹਦੇ ਨਾਲ ਜ਼ਮੀਨ ਵੰਡਣੀ ਹੈ। ਸਾਡੀ ਸਿਧਾਂਤਾਂ ਦੀ ਲੜਾਈ ਸੀ, ਸਾਡੀਆਂ ਆਪਣੀਆਂ ਮੰਗਾਂ ਦੀ ਲੜਾਈ ਸੀ। ਸਾਡੀ ਮੰਗ ਉਹਨੇ ਮੰਨ ਲਈ, ਜਦੋਂ ਮੰਗ ਮੰਨ ਲਈ ਤਾਂ ਫਿਰ ਸਾਡੇ ਭਾਈ ਉਹਦੇ ਨਾਲ ਵਿਰੋਧ ਕਰਦਾ। ਠੀਕ ਹੈ, ਜਿੱਲੇ ਉਹਦੀ ਇਲੈਕਸ਼ਨ ਅਨਾਉਂਸ ਕਰਨਗੇ, ਇਲੈਕਸ਼ਨ ਦਾ ਟਾਈਮ ਆਊਗਾ, ਫਿਰ ਗੱਲ ਰੱਖਾਂਗੇ ਕਿ ਤੁਸੀਂ ਕਰਜ਼ਾ ਮਾਫੀ ਕਿਹਾ ਸੀ ਉਹ ਨਹੀਂ ਕੀਤੀ, ਤੁਸੀਂ ਆਹ ਵਾਅਦੇ ਕੀਤੇ ਉਹ ਨਹੀਂ ਕੀਤੇ, ਸਾਰੀਆਂ ਰੱਖਾਂਗੇ ਗੱਲਾਂ। ਪਰ ਉਸ ਵੇਲੇ ਮੌਕੇ ਦੀ ਮੰਗ ਤਾਂ ਸਾਡੀ ਮੰਨੀ ਗਈ ਨਾ, ਇਸ ਕਰਕੇ ਉਹ ਕੀਤਾ ਗਿਆ। ਉਹ ਕੋਈ ਵੱਡੀ ਗੱਲ ਨਹੀਂ, ਉਹਨੂੰ ਐਡੀ ਵੱਡੀ ਗੱਲ ਨਹੀਂ ਮੰਨਣਾ ਚਾਹੀਦਾ। ਰਾਏ ਸਾਹਿਬ, ਇੱਕ ਸਵਾਲ ਹੋਰ ਉੱਠਿਆ, ਬਹੁਤ ਸਾਰੇ ਸਾਡੇ ਵੇਖਣ ਵਾਲੇ ਸਰੋਤਿਆਂ ਨੇ ਸਾਨੂੰ ਇਨਬਾਕਸ ਕੀਤਾ, ਕਮੈਂਟ ਕੀਤੇ, ਫੋਨ ਕੀਤੇ ਕਿ ਜੋ ਗੰਨੇ ਦਾ ਧਰਨਾ ਸੀ ਜਲੰਧਰ ਵਾਲਾ, ਉਹ ਸਰਕਾਰ ਦੇ ਨਾਲ
ਪ੍ਰੀ ਪਲਾਨ ਫਿਕਸ ਮੈਚ ਸੀ। ਕੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈ? ਦੇਖੋ, ਮੈਂ ਬਲਜੀਤ ਜੀ ਕਹਿਣਾ ਚਾਹੂੰਗਾ ਕਿ ਸਰਕਾਰ ਨਾਲ ਤਾਂ ਸਾਡਾ 36 ਦਾ ਆંકੜਾ ਹੈ। ਸਰਕਾਰ ਨੂੰ ਤਾਂ ਅਸੀਂ ਤਾੜਨਾ ਕਰਦੇ ਹਾਂ। ਸਰਕਾਰ ਨੇ ਤਾਂ 15 ਰੁਪਏ ਪਾਤੇ ਸੀ। ਜੇ ਸਾਡਾ ਫਿਕਸ ਮੈਚ ਹੁੰਦਾ, ਸਾਡਾ 20 ਤਰੀਕ ਦਾ ਧਰਨਾ ਸੀ, 19 ਤਰੀਕ ਨੂੰ ਸਰਕਾਰ ਨੇ 15 ਰੁਪਏ ਅਨਾਉਂਸ ਕਰਤੇ, 325 ਰੇਟ ਅਨਾਉਂਸ ਕਰ ਦਿੱਤਾ। ਫਿਰ ਤਾਂ ਅਸੀਂ ਮੁੜ ਕੇ ਆ ਜਾਂਦਾ ਵੀ ਵਾਹ ਸਾਡੇ ਧਰਨੇ ਦੇ ਡਰ ਦੇ ਨਾਲ ਅਸੀਂ 15 ਰੁਪਏ ਪਵਾ ਲਏ। ਅਸੀਂ 5 ਦਿਨ ਸੜਕਾਂ ਤੇ ਬੈਠੇ ਹਾਂ, ਰਾਤਾਂ ਗੁਜ਼ਾਰੀਆਂ ਉੱਥੇ, ਬਾਰਿਸ਼ 'ਚ ਭਿੱਜੇ ਉੱਥੇ। ਔਰ ਮੈਨੂੰ ਲੱਗਦਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਜਿੰਨੀ ਵਾਰੀ ਮੰਗਾਂ ਮਨਾਈਆਂ, ਸਾਡੇ ਤੇ ਪਰਚੇ ਹੋਏ ਨੇ, ਟ੍ਰੇਨਾਂ ਰੋਕਣ ਦੇ ਵੀ, ਹਾਈਵੇ ਰੋਕਣ ਦੇ ਵੀ। ਪਰ ਇਸ ਵਾਰ ਸਰਕਾਰ ਨੇ ਹਾਈਲਾਈਟ ਨਹੀਂ ਕੀਤਾ। ਮੈਨੂੰ ਜੋ ਜਾਪਦਾ, ਟ੍ਰੇਨਾਂ ਵਾਲਾ ਪਰਚਾ ਕਿਉਂਕਿ ਉਹ ਕੇਂਦਰ ਦੇ ਅਧੀਨ ਹੈ, ਉਹ ਹੁਣ ਵੀ ਪਰਚਾ ਹੋਏਗਾ। ਅਜੇ ਅੰਦੋਲਨ ਕਰਕੇ ਉਹ ਨਹੀਂ ਹਾਈਲਾਈਟ ਨਹੀਂ ਕੀਤਾ। ਜੇ ਅਸੀਂ ਪਰਚੇ ਪਵਾ ਕੇ ਕੋਈ ਮੰਗ ਮਨਾਉਣੇ ਆ ਤੇ ਉਹ ਫਿਕਸ ਮੈਚ ਹੈ ਕੀ? ਉਹ ਫਿਕਸ ਮੈਚ ਨਹੀਂ ਕੋਈ ਵੀ। ਮੈਂ ਵੀਰਾਂ ਨੂੰ ਦੱਸਣਾ ਚਾਹੂੰਗਾ, ਇੱਕ ਉਹ ਲੱਡੂ ਲਾਉਣ ਨਾਲ ਫਿਕਸ ਮੈਚ ਹੋ ਗਿਆ ਤੇ ਭਾਈ ਇਹ ਫਿਕਸ ਮੈਚ ਨਹੀਂ ਸੀ। 5 ਦਿਨ ਸੜਕਾਂ ਤੇ ਬੈਠੇ ਆ। ਸਰਕਾਰ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, 340 ਤੇ ਆ ਕੇ ਬਜਿੱਦ ਹੋ ਗਈ ਸੀ ਕਿ 340 ਤੋਂ ਉੱਪਰ ਰੇਟ ਨਹੀਂ ਕਰਨਾ। ਸਰਕਾਰ ਨੇ ਪਹਿਲੇ ਦਿਨ ਸਾਨੂੰ ਜਿਹੜੇ ਕਾਸਟ ਆਫ ਪ੍ਰੋਡਕਸ਼ਨ ਹੈ ਉਹ 350 ਰੇਟ ਦੱਸਿਆ, ਕਾਸਟ ਆਫ ਪ੍ਰੋਡਕਸ਼ਨ ਲਾਗਤ ਮੁੱਲ। ਦੂਸਰੇ ਦਿਨ ਜਦੋਂ ਸਾਡਾ ਨੈਗੋਸ਼ੀਏਸ਼ਨ ਸੀ ਉਹਨਾਂ ਦੇ ਮਾਹਰਾਂ ਦੇ ਨਾਲ, ਐਕਸਪਰਟਾਂ ਨਾਲ, ਖੇਤੀਬਾੜੀ ਦੇ ਜਿਹੜੇ ਸ਼ੂਗਰ ਕੇਨ ਐਕਸਪਰਟ ਨੇ ਜੀ, ਡਾਕਟਰ ਗੁਲਜ਼ਾਰ ਜਿਹੜੇ ਵੈਰਾਈਟੀ ਦੇ ਐਕਸਪਰਟ ਨੇ, ਉਹਨਾਂ ਦੇ ਨਾਲ ਮੀਟਿੰਗਾਂ ਕਰਕੇ, ਇਹਨਾਂ ਦਾ ਡਾਇਰੈਕਟਰ ਐਗਰੀਕਲਚਰ ਕੇਨ ਕਮਿਸ਼ਨ ਪੰਜਾਬ, ਉਹਨਾਂ ਦੇ ਨੈਗੋਸ਼ੀਏਸ਼ਨ ਦੇ ਵਿੱਚ ਜਦੋਂ ਨਹੀਂ ਸਾਨੂੰ ਫੇਰ ਲਾਗਤ ਮੁੱਲ ਦੱਸਿਆ, ਦੂਜੇ ਦਿਨ 345, ਜਾਣੀ ਕਿ ਇੱਕ ਦਿਨ ਪਹਿਲਾਂ 350 ਸੀ ਲਾਗਤ ਮੁੱਲ, 5 ਰੁਪਏ ਘਟਾ ਕੇ ਲਿਆਏ। ਕਹਿਣ ਦਾ ਭਾਵ, ਜੇ ਸਰਕਾਰ ਦੀ ਇਹ ਗੇਮ ਸੀ, ਉਹਦਾ ਮਤਲਬ ਉਹਨਾਂ ਦਾ ਇਹ ਕਹਿਣਾ ਸੀ ਵੀ ਆਪਾਂ ਨੂੰ ਇਸ਼ਾਰਾ ਸੀ ਵੀ ਇਹ ਤੋਂ ਉੱਪਰ ਰੇਟ ਨਹੀਂ ਦੇਣਾ, ਤੇ ਧੌਣ ਤੇ ਗੋਡਾ ਰੱਖ ਕੇ 360 ਲਏ ਨੇ, ਵੱਡੀ ਪ੍ਰਾਪਤੀ ਕੀਤੀ ਆ। ਇਹਨੂੰ ਫਿਕਸ ਮੈਚ ਕਹਿਣਾ ਬੜੀ, ਇਹ ਮੈਂ ਸਮਝਾਂ ਸਰਾਸਰ ਇਹ ਅੰਦੋਲਨਕਾਰੀਆਂ ਦੇ ਕਹਿ ਦਿਓ ਬਲੂੰਡੇ ਵਾਲੀ ਗੱਲ ਹੈ, ਮਤਲਬ ਸੱਟ ਮਾਰਨੇ ਵਾਲੀ ਗੱਲ ਹੈ, ਜਿਨ੍ਹਾਂ ਨੇ ਏਡੀ ਵੱਡੀ ਜੰਗ ਲੜ ਕੇ 5 ਦਿਨ ਸੜਕਾਂ ਤੇ, ਦਿੱਲੀ ਵੀ ਅੰਦੋਲਨ ਸਾਡੀ ਨਿਗਾਹ 'ਚ, ਉਧਰਲਾ ਫਿਕਰ ਵੀ ਔਰ ਇੱਧਰ ਵੀ ਮੋਰਚਾ ਲਾ ਕੇ ਇਹ ਜਿਹੜੀ ਮੰਗ ਮੰਨੀ ਹੈ, ਫਿਕਸ ਮੈਚ ਕੋਈ ਨਹੀਂ ਸੀ। ਕਹਿਣੇ ਵਾਲੇ ਵੀਰ ਕਹਿ ਦਿੰਦੇ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਾਂਗਾ ਫੇਸਬੁੱਕੀ ਵੀਰਾਂ ਨੂੰ ਕਿ ਉਹ ਵੀਰੋ ਉਹ ਕਮੈਂਟ ਕਰਿਆ ਕਰੋ ਜਿਹੜੇ ਪੰਜਾਬ ਦੇ ਭਲੇ ਵਾਸਤੇ ਹੋਣ। ਸਾਡੀ ਲੜਾਈ ਕੇਂਦਰ ਸਰਕਾਰ ਨਾਲ ਇਦਾਂ ਦੀ ਗੱਲ ਨਾ ਜਾਪੇ ਕਿ ਇਹ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਨੇ, ਇੱਕ ਦੂਜੇ ਤੇ ਕਮੈਂਟ ਕਰੀ ਜਾਂਦੇ ਨੇ। ਜੇਕਰ ਤੁਹਾਨੂੰ ਕੋਈ ਲੱਗਦਾ ਵੀ ਹੈ, ਮੈਂ ਬਹੁਤ ਵਾਰ ਕਿਹਾ ਵੀ ਜੇ ਘਰ ਦਾ ਆਗੂ ਗਲਤ ਹੋ ਜੇ, ਉਹਨੂੰ ਆਪਾਂ ਫੜ ਕੇ ਨਾ ਸਮਝਾਈਏ ਤਾਂ ਘਰ ਤਬਾਹ ਹੋ ਜੂ। ਤੁਸੀਂ ਸਾਨੂੰ ਘਰ ਦੇ ਆਗੂ ਬਣਾਇਆ ਹੈ, ਜੇ ਆਗੂ ਬਣਾਇਆ ਤੁਹਾਡਾ ਫਰਜ਼ ਬਣਦਾ ਸਾਨੂੰ ਬਾਹੋਂ ਪੜ ਕੇ ਪੁੱਛੋ, ਪਰ ਆਪਣੇ ਘਰ ਦੇ ਅੰਦਰ, ਦਰਵਾਜ਼ੇ ਦੇ ਅੰਦਰ। ਜਦੋਂ ਸ਼ਰੀਕ ਨੂੰ ਪਤਾ ਲੱਗ ਜੇ ਕਿ ਆਪਣੇ ਬੜੇ ਭਾਈ ਦਾ ਅੱਖਾਂ ਨਹੀਂ ਮੰਨਦੇ, ਆਪਣੇ ਬਾਪੂ ਦਾ ਅੱਖਾਂ ਨਹੀਂ ਮੰਨਦੇ, ਤਾਂ ਸ਼ਰੀਕ ਤੁਹਾਡੇ ਗਲ ਚੜ੍ਹਿਆ ਆਉਂਦਾ। ਤੇ ਸਾਡਾ ਅੱਜ ਸ਼ਰੀਕ ਬਣਿਆ ਹੋਇਆ ਨਰਿੰਦਰ ਮੋਦੀ, ਕਿਸਾਨਾਂ ਦਾ, ਮਜ਼ਦੂਰਾਂ ਦਾ। ਤਾਂ ਅਸੀਂ ਜਦੋਂ ਇਹ ਗੱਲ ਇਦਾਂ ਦੀ ਫੇਸਬੁੱਕ ਤੇ ਲਿਖ ਦਿੰਦੇ ਆ ਕਿ ਫਿਕਸ ਮੈਚ ਜੀ, ਇਹ ਲਿਖ ਦਿੰਦੇ ਆ ਇਹ ਰਲ ਗਏ ਜੀ, ਤੇ ਕਿਤੇ ਨਾ ਕਿਤੇ ਉਹ ਜਿਹੜਾ ਸ਼ਰੀਕ ਆ ਸਾਡੇ ਗਲ ਨੂੰ ਚੜਦਾ, ਅੰਦੋਲਨ ਨੂੰ ਸੱਟ ਵੱਜਦੀ। ਇਦਾਂ ਦੀਆਂ ਕਿਰਪਾ ਕਰਿਆ ਕਰੋ, ਕੋਈ ਇਦਾਂ ਦੇ ਕਮੈਂਟ ਨਾ ਕਰਿਆ ਕਰੋ। ਕੋਈ ਫਿਕਸ ਮੈਚ ਨਹੀਂ ਸੀ, ਅੰਦੋਲਨ ਲੜ ਕੇ ਉਹ ਪੈਸੇ ਲਏ ਆ। ਰਾਏ ਸਾਹਿਬ, ਇੱਕ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਿਤ ਇੱਕ ਸਵਾਲ ਹੈ ਕਿ ਜਦੋਂ ਬਾਕੀ ਪਾਰਟੀਆਂ ਤੁਹਾਡੀ ਸਪੋਰਟ ਕਰਦੀਆਂ ਨੇ, ਤੁਹਾਡੀ ਕਿਸਾਨੀ ਦੀ ਸਪੋਰਟ ਦੇ ਵਿੱਚ ਉਹ ਰੋਸ ਪ੍ਰਗਟ ਕਰਦੀਆਂ ਨੇ, ਰੈਲੀਆਂ ਕਰਦੀਆਂ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ, ਫਿਰ ਵੀ ਕਿਸਾਨ ਯੂਨੀਅਨ, ਕਿਸਾਨ ਉਹਨਾਂ ਦੇ ਖਿਲਾਫ ਕਿਉਂ ਨੇ? ਦੇਖੋ ਵੀਰ ਜੀ, ਮੈਂ ਇੱਕ ਸਪਸ਼ਟ ਕਹਾਂਗਾ ਕਿ ਠੀਕ ਹੈ, ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਆਪਾਂ ਸਾਰੇ ਹੀ, ਕੋਈ ਕਾਂਗਰਸੀ ਸੀਗਾ ਸਾਡੇ ਵਿੱਚੋਂ, ਕੋਈ ਅਕਾਲੀ ਸੀ, ਕੋਈ ਆਮ ਆਦਮੀ ਸੀ, ਜਿੰਨੇ ਕਿਸਾਨ ਗਏ ਨੇ ਦਿੱਲੀ ਦੀਆਂ ਬਰੂਹਾਂ ਤੇ, ਕਿਉਂਕਿ ਅੰਦੋਲਨ ਤੋਂ ਪਹਿਲਾਂ ਸਾਰੇ ਹੀ ਕਿਤੇ ਨਾ ਕਿਤੇ ਤਾਂ ਜੁੜੇ ਹੋਏ ਸੀ ਨਾ। ਬੇਸ਼ੱਕ ਕੋਈ ਆਗੂ ਨਾ ਹੋਵੇ, ਮਾਈਂਡ 'ਚ ਹੁੰਦਾ ਵੀ ਮੈਂ ਵੋਟ ਜਿਹੜੀ ਆ ਕਾਂਗਰਸ ਨੂੰ ਪਾਉਣੀ ਆ, ਮੈਂ ਆਮ ਆਦਮੀ ਨੂੰ ਪਾਉਣੀ, ਮੈਂ ਅਕਾਲੀਆਂ ਨੂੰ ਪਾਉਣੀ, ਇਦਾਂ ਦਾ ਮਾਈਂਡ ਹੁੰਦਾ ਹੈ। ਪਰ ਮੈਂ ਇਹ ਗੱਲ ਕਹੂੰਗਾ ਕਿ ਆਪਾਂ ਜਦੋਂ ਉੱਥੇ ਗਏ ਆ, ਬਿਲਕੁਲ ਕਿਸਾਨ ਬਣ ਕੇ ਗਏ ਆ। ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਜਦੋਂ ਦਿੱਲੀ ਬਰੂਹਾਂ ਤੇ ਅੰਦੋਲਨ ਚੱਲ ਰਿਹਾ ਤੇ ਉਹਨਾਂ ਨੂੰ ਜਲਦਬਾਜ਼ੀ ਕਾਹਲ ਪੈ ਗਈ ਕਿ ਇਲੈਕਸ਼ਨ ਹੈਗੀ 2022 'ਚ, ਤੇ ਆਪਾਂ ਹੁਣੇ ਰੈਲੀਆਂ ਕਰ ਲਈਏ ਫਟਾਫਟ, ਪਤਾ ਨਹੀਂ ਅਸੀਂ ਕਿਹੜੀ ਚੀਜ਼ ਹੁਣੇ ਖੱਟ ਲੈਣੀ ਹੈ। ਭਾਈ ਆਪਾਂ ਕਲੀਅਰ ਕੱਟ ਹੈ, ਬਾਹਰਲੀਆਂ ਕੰਟਰੀਆਂ ਤੋਂ ਸਿੱਖੀਏ। ਬਾਹਰਲੀਆਂ ਕੰਟਰੀਆਂ 'ਚ ਇਲੈਕਸ਼ਨ ਅਨਾਉਂਸ ਹੁੰਦੀ ਆ, ਕੋਈ ਰੈਲੀਆਂ ਨਹੀਂ ਕੀਤੀਆਂ ਜਾਂਦੀਆਂ, ਕੋਈ ਉਹ ਪ੍ਰਚਾਰ ਵੀ ਉਹਨਾਂ ਦਾ ਜਿਹੜਾ ਹੁੰਦਾ ਛੋਟਾ ਹੁੰਦਾ, ਥੋੜਾ ਜਿਹਾ ਕਿਤੇ ਮਾੜੇ ਮੋਟੇ ਪੋਸਟਰ ਲਗਾਤੇ, ਤਾਂ ਥੋੜਾ ਜਿਹਾ ਉਹ ਕਿਤੇ ਆਪਣੇ ਕਹਿ ਦਿਓ ਮੀਡੀਆ ਤੇ ਬਹਿ ਕੇ ਉਹਨੇ ਪ੍ਰਚਾਰ ਕਰ ਲਿਆ।
ਉਹ ਲੋਕ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਨੇ। ਸਾਡੀਆਂ ਤਾਂ ਇੱਕ ਰੈਲੀਆਂ ਤੇ 75 ਲੱਖ ਰੁਪਈਆ 70 ਲੱਖ ਰੁਪਈਆ ਲਾਈ ਜਾਂਦੇ। ਪੰਜਾਬ ਸਿਰ ਕਰਜ਼ਾ ਹੈ 3 ਲੱਖ ਕਰੋੜ ਦਾ, ਤੇ ਆਪਾਂ ਉਹ ਕਰਜ਼ਾ ਕਿਵੇਂ ਲਾਉਣਾ ਹੈ? ਸਾਨੂੰ ਵਿਚਾਰ ਤਾਂ ਇਹ ਹੋਣੀ ਚਾਹੀਦੀ ਹੈ ਵੀ ਆਪਾਂ 1 ਰੁਪਈਆ ਬਚਾਈਏ। ਜਦੋਂ ਸਿਰ ਕਰਜ਼ਾ ਹੋਵੇ ਫਿਰ ਅਸੀਂ ਵੀ ਸੋਚੀਦਾ ਘਰ ਦੇ ਵਿੱਚ, ਜਦੋਂ ਸਾਡੇ ਬੈਂਕ ਵਾਲੇ ਸਿਰ ਖੜੇ ਹੋਣ, ਫਿਰ ਇਹ ਕਹਿੰਦੇ ਆ ਵੀ ਆਹ ਜਿਹੜੇ ਇਸ ਵਾਰ ਕੱਪੜੇ ਸੰਭਾਲ ਆਏ ਇਹਨਾਂ ਨਾਲ ਹੀ ਅਗਲਾ ਸਾਲ ਵੀ ਨਿਕਾਲ ਲਈਏ, ਵੀ ਹੋਰ ਖਰਚਾ ਨਾ ਕਰੀਏ। ਤੇ ਫਿਰ ਆਪਾਂ ਇੰਨੇ ਖਰਚੇ ਕਰਨ ਦੀ ਕੀ ਲੋੜ ਹੈ? ਮੈਂ ਇਹ ਬੇਨਤੀ ਕਰਾਂਗਾ, ਜਿਹੜਾ ਇਹ ਫੈਸਲਾ ਲਿਆ ਸੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਰੈਲੀਆਂ ਹਜੇ ਨਾ ਕਰੋ, ਜਿਹੜਾ ਉਹਨਾਂ ਦਾ ਵਿਰੋਧ ਕੀਤਾ ਹੈ ਉਹ ਜੇਕਰ ਕੀਤਾ ਤਾਂ 2 ਗੱਲਾਂ ਦੇ ਕਰਕੇ। ਇੱਕ ਤੇ ਭਰਾ ਮਾਰੂ ਜੰਗ ਨਾ ਸ਼ੁਰੂ ਹੋ ਜਾਵੇ, ਕਿਉਂਕਿ ਸਾਡੇ ਵੀਰ ਨੇ ਜਿਹੜੇ ਵਿੱਚ ਜਾਂਦੇ ਵੀ ਨੇ ਰੈਲੀਆਂ 'ਚ, ਤੇ ਸਾਡੇ ਵੀਰ ਨੇ ਕਿਸਾਨ ਹੀ ਨੇ ਜਿਹੜੇ ਵਿਰੋਧ ਕਰਦੇ ਨੇ, ਕਿਸਾਨ ਹੀ ਨੇ ਜਿਹੜੇ ਰੈਲੀਆਂ 'ਚ ਜਾਂਦੇ ਨੇ, ਤੇ ਇੱਕ ਦੂਜੇ ਦੇ ਨਾਲ ਆਪਾਂ ਭਰਾ ਮਾਰੂ ਜੰਗ ਨਾ ਪੈਦਾ ਹੋ ਜਾਵੇ। ਉਹਨੂੰ ਬੜੇ ਧਿਆਨ ਨਾਲ ਰੱਖਦੇ ਹੋਏ ਇਹ ਫੈਸਲਾ ਲਿਆ। ਅਸੀਂ ਕੋਈ ਵਿਰੋਧ ਦੀ ਗੱਲ ਜਿਹੜੀ ਆ ਉਹ ਜਦੋਂ ਇਲੈਕਸ਼ਨ ਅਨਾਉਂਸ ਹੋਏਗੀ ਕਰ ਲੈਣ ਰੈਲੀਆਂ, ਉਹ ਫਿਰ ਕੋਈ ਵਿਰੋਧ ਨਹੀਂ ਹੋਏਗਾ। ਪਰ ਰਾਏ ਸਾਹਿਬ ਇੱਕ ਗੱਲ ਇਹ ਸਮਝਾਓ ਕਿ ਪੰਜਾਬ ਦੇ 117 ਹਲਕੇ ਨੇ, ਕੋਡ ਆਫ ਕੰਡਕਟ ਜਿਹਨੂੰ ਚੋਣ ਜ਼ਾਬਤਾ ਕਹਿੰਦੇ ਆ, ਉਹ ਤਾਂ 40-45 ਦਿਨ ਇਲੈਕਸ਼ਨ ਤੋਂ ਪਹਿਲਾਂ ਲੱਗਦਾ ਹੈ। 40-45 ਦਿਨ ਦੇ ਵਿੱਚ ਜੋ ਪੋਲੀਟੀਕਲ ਪਾਰਟੀਆਂ ਨੇ ਉਹ 117 ਹਲਕੇ ਕਿਵੇਂ ਕਵਰ ਕਰਨਗੇ, ਕਿਵੇਂ ਆਪਣਾ ਮੈਸੇਜ ਲੋਕਾਂ ਤੱਕ ਪਹੁੰਚਾਉਣਗੇ ਜੇ ਅਸੀਂ ਉਹਨਾਂ ਨੂੰ ਰੈਲੀਆਂ ਜਾਂ ਮੀਟਿੰਗਾਂ ਨਹੀਂ ਕਰਨ ਦਿੰਦੇ? ਮੈਂ ਇਹ ਬੇਨਤੀ ਕਰਾਂਗਾ, ਮੈਂ ਤੁਹਾਨੂੰ ਨਹੀਂ, ਇਹ ਰਾਜਨੀਤਿਕ ਪਾਰਟੀਆਂ ਨੂੰ ਸਵਾਲ ਹੈ ਕਿ ਆਪਾਂ ਨੂੰ ਵਿਸ਼ਵਾਸ ਨਹੀਂ, ਆਪਾਂ 5 ਸਾਲ ਆਪਣੇ ਹਲਕੇ 'ਚ ਕੁਝ ਨਹੀਂ ਕੀਤਾ। ਫਿਰ ਜੇ ਅਸੀਂ ਆਗੂ ਆਪਣੇ ਹਲਕੇ ਦੇ 5 ਸਾਲ ਕੰਮ ਕੀਤਾ ਹੋਵੇ ਤੇ ਫਿਰ ਸਾਨੂੰ ਲੋੜ ਹੀ ਨਹੀਂ ਜਾਣ ਦੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਮੈਂ ਇਸ ਅੰਦੋਲਨ 'ਚ ਆਉਣ ਤੋਂ ਪਹਿਲਾਂ 5 ਸਾਲ ਕਾਉਂਸਲਰ ਵੀ ਰਿਹਾ, ਜਥੇਬੰਦੀ 'ਚ ਆਉਣ ਤੋਂ ਪਹਿਲਾਂ ਮੈਂ ਕਾਉਂਸਲਰ ਵੀ ਰਿਹਾ ਜੀ। ਤੇ ਵੀਰ ਜੀ ਮੈਂ ਬੜੇ ਦੇਰ ਤੋਂ ਲੋਕ ਸੇਵਾ ਕਰ ਰਿਹਾ ਸੀ। ਜਦੋਂ ਮੈਂ ਕਾਉਂਸਲਰ ਬਣਨਾ ਸੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਸੀ ਵੀ ਜੇ ਇਸ ਘਰੇ ਜਾਂਦਾ ਸੀ ਨਾ ਮੈਂ, ਉਹ ਮੈਨੂੰ ਕਹਿੰਦੇ ਸੀ ਵੀ ਤੈਨੂੰ ਆਉਣ ਦੀ ਲੋੜ ਹੈ, ਅਸੀਂ ਸਮਝਦੇ ਹਾਂ ਇਸ ਵਾਰ ਤੇਰਾ ਹੱਕ ਬਣਦਾ ਹੈ। ਉਹ ਕਿਉਂ ਕਹਿੰਦੇ ਸੀ? ਕਿ ਜਦੋਂ ਲੋਕ ਸੇਵਾ ਦੇ ਤੁਸੀਂ ਕੰਮ ਕਰਦੇ ਹੋ, ਬੇਸ਼ੱਕ ਮੈਂ ਅੱਜ ਸੁਨੇਹਾਸ ਲੈ ਲਿਆ ਹੋਇਆ, ਮੈਨੂੰ ਕਈ ਵਾਰੀ ਜੋੜ ਦਿੰਦੇ ਨੇ ਲੋਕ, ਕਦੇ ਕਹਿੰਦੇ ਅਕਾਲੀਆਂ ਨਾਲ ਜਿੱਦਣ ਲੱਡੂ ਲਾਇਆ ਕਾਂਗਰਸ ਨਾਲ ਜੋੜਤਾ, ਉੱਦਾਂ ਮੈਨੂੰ ਪਿੱਛੇੋਂ ਕਹਿੰਦੇ ਵੀ ਅਕਾਲੀ ਹੈ ਇਹ। ਪਰ ਮੈਂ ਇਹ ਗੱਲ ਕਹਾਂਗਾ, ਹੁਣ ਰਾਜਨੀਤਿਕ ਪਾਰਟੀਆਂ ਤੋਂ ਮੈਂ ਬਹੁਤ ਦੂਰੀ ਬਣਾਈ ਹੋਈ ਆ, ਕੋਈ ਮੇਰਾ ਲੈਣਾ ਦੇਣਾ ਨਹੀਂ, ਪਰ ਮੈਂ ਕਹਾਂਗਾ ਤੁਹਾਡਾ ਕੰਮ ਬੋਲਣਾ ਚਾਹੀਦਾ। ਤੁਹਾਨੂੰ ਰੈਲੀਆਂ 'ਚ ਜਾ ਕੇ ਬੋਲਣਾ ਤਾਂ ਲੋਕਾਂ ਨੂੰ ਸਮਝ ਲੱਗਣੀ। ਹੁਣ ਉਹ ਲੋਕ ਨਹੀਂ ਰਹੇ, ਹੁਣ ਲੋਕ ਸਮਝਦਾਰ ਨੇ, ਲੋਕ ਸਮਝਦੇ ਨੇ, ਅਵੇਅਰ ਹੋ ਗਏ ਨੇ, ਜਾਣਦੇ ਨੇ ਵੀ ਸਾਨੂੰ ਵੋਟਾਂ ਕਿਹਨੂੰ ਪਾਉਣੀਆਂ, ਕਿਹਨੇ ਕੰਮ ਕੀਤਾ। ਉਹ ਯਾਰ ਆਪਣੇ ਹਲਕੇ 'ਚ ਕੰਮ ਕਰੋ 5 ਸਾਲ, ਮੈਂ ਕਹਿੰਦਾ ਇੱਕ ਰੈਲੀ ਦੀ ਵੀ ਨਹੀਂ ਲੋੜ। ਜੇ ਤੁਸੀਂ ਕੰਮ ਅੱਛੇ ਕੀਤੇ ਹੋਣ ਤੁਹਾਨੂੰ ਕੋਈ ਰੈਲੀ ਦੀ ਨਹੀਂ ਲੋੜ, ਜੇ ਤੁਸੀਂ ਵਾਅਦੇ ਕਰਕੇ ਪੂਰੇ ਕੀਤੇ ਹੋਣ ਤੁਹਾਨੂੰ ਕੋਈ ਰੈਲੀ ਦੀ ਨਹੀਂ ਲੋੜ। ਤਾਂ ਫਿਰ ਯਾਰ ਇਹ 117 ਐਮਐਲਏਆਂ ਦੀ ਜਿਹੜੀ ਤੁਸੀਂ ਵਿਧਾਨ ਸਭਾ ਹਲਕਿਆਂ ਦੀ ਗੱਲ ਕਰਦੇ ਹੋ, ਤੇ ਮੈਂ ਸਮਝਦਾ ਵੀ 117 ਦੇ 17 ਜਿਹੜੇ ਰੈਲੀਆਂ ਕਰਕੇ ਹੁਣ ਕਹਿੰਦੇ ਆ ਵੀ ਅਸੀਂ ਇਲੈਕਸ਼ਨ ਲਈ ਲੋਕਾਂ ਨੂੰ ਤਿਆਰ ਕਰਨਾ, ਇਹਦਾ ਮਤਲਬ ਉਹ 5 ਸਾਲ ਨਹੀਂ ਉੱਥੇ ਕੱਖ ਵੀ ਨਹੀਂ ਕੀਤਾ। ਫਿਰ ਜੇ ਕੀਤਾ ਹੁੰਦਾ ਤਾਂ ਫਿਰ ਉਹਨਾਂ ਨੂੰ ਹੁਣ ਜ਼ਰੂਰਤ ਹੀ ਨਹੀਂ ਸੀ। ਮੈਂ ਕਹਿੰਦਾ 40 ਦਿਨ ਕੀ, ਫਿਰ ਤਾਂ 10 ਦਿਨ ਹੀ ਬੜੇ ਨੇ। 10 ਦਿਨ ਪਹਿਲਾਂ ਇਲੈਕਸ਼ਨ ਅਨਾਉਂਸ ਹੋਵੇ ਭਾਵੇਂ, ਫਿਰ ਤਾਂ ਉਹੀ ਬੜੇ ਨੇ। ਉਹਦੇ ਵਿੱਚ ਆਪਣੇ ਕਾਗਜ਼ ਜਿਹੜੇ ਦਾਖਲ ਕਰਨੇ, ਭਰਨੇ, ਔਰ ਉਹ ਜਿਹੜੇ ਉਹਦੇ ਵਿੱਚੋਂ ਕਿਸੇ ਨੇ ਵਾਪਸ ਲੈਣੇ, ਕੋਈ ਉਹਦੇ ਵਿੱਚ ਫਰਕ ਨਿਕਲਦਾ, ਉਹਦੇ ਵਾਸਤੇ 10 ਦਿਨ ਚਾਹੀਦੇ ਨੇ। ਕੀ ਕਰਦੇ ਨੇ 5 ਸਾਲ ਇਹ? 5 ਸਾਲ ਕੀ ਇਹਨਾਂ ਦੀ ਕੰਪੇਨ ਨਹੀਂ ਚੱਲਦੀ? 5 ਸਾਲ ਇਹ ਕੋਈ ਲੋਕਾਂ ਦੇ ਕੋਲ ਘਰਾਂ 'ਚ ਗਏ ਨਹੀਂ, ਪਿੰਡਾਂ 'ਚ ਗਏ ਨਹੀਂ ਲੋਕਾਂ ਦੇ ਕੰਮਾਂ ਨੂੰ? ਫਿਰ ਜੇ ਨਹੀਂ ਗਏ, ਇਹਨਾਂ ਨੂੰ ਫਿਰ ਨਹੀਂ ਵਿਸ਼ਵਾਸ ਆਪਣੇ ਤੇ, ਫਿਰ ਅੱਜ ਇਹ ਲੋਕਾਂ ਨੂੰ ਬੜੀਆਂ ਰੈਲੀਆਂ ਕਰਕੇ ਭਰੋਸੇ 'ਚ ਲੈਣਾ ਚਾਹੁੰਦੇ ਨੇ। ਵੀ ਇਹਦਾ ਮਤਲਬ ਫਿਰ ਝੂਠਾ ਹੁਣ ਪ੍ਰਚਾਰ ਕਰਨਾ ਚਾਹੁੰਦੇ ਨੇ। ਸੱਚ ਜੇ ਕੀਤਾ ਹੋਵੇ ਉਹ ਤਾਂ 5 ਸਾਲ ਤੋਂ ਪ੍ਰਚਾਰ ਹੁੰਦਾ ਵੀ 5 ਸਾਲ ਕੀ ਕੀਤਾ। ਸੋ ਇਸ ਕਰਕੇ ਮੇਰੀ ਇਹ ਰਾਏ ਹੈ ਕਿ ਇਹ ਬਿਲਕੁਲ ਮੇਰਾ ਪੋਲੀਟੀਕਲ ਪਾਰਟੀਆਂ ਨੂੰ ਸਵਾਲ ਹੈ ਕਿ 5 ਸਾਲ ਦਾ ਤੁਹਾਡਾ ਜਿਹੜਾ ਕਿਰਦਾਰ ਹੈ ਉਸ ਹਲਕੇ ਦਾ, ਉਹ ਨਹੀਂ ਬੋਲਦਾ। ਹੁਣ ਬੋਲ ਕੇ ਤੁਸੀਂ ਲੋਕਾਂ ਨੂੰ ਦੱਸਣਾ, ਜਾਂ ਫਿਰ ਤੁਸੀਂ 5 ਸਾਲ ਕੀਤਾ ਕੁਝ ਨਹੀਂ, 5 ਸਾਲ ਲੋਕਾਂ ਦੇ ਕੰਮ ਕੋਈ ਨਹੀਂ ਕੀਤੇ, 5 ਸਾਲ ਲੋਕਾਂ ਦੇ ਕਿਸੇ ਕੰਮ ਆਏ ਹੋ ਨਹੀਂ, ਤਾਂ ਫਿਰ ਤੁਹਾਡਾ ਕਿਰਦਾਰ ਜਿਹੜਾ ਹੁਣ ਬੋਲਿਆ ਵੀ ਲੋਕਾਂ ਨੇ ਮਨਜ਼ੂਰ ਨਹੀਂ ਕਰਨਾ ਭਾਈ। ਫਿਰ ਐਵੇਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਸੋ ਇਸ ਕਰਕੇ 40 ਦਿਨ ਬੜੇ ਹੁੰਦੇ ਨੇ ਜੀ। ਰਾਏ ਸਾਹਿਬ ਤੁਹਾਡੇ ਜਵਾਬ ਤੋਂ ਇੱਕ ਸਵਾਲ ਕੱਢ ਰਹੇ ਹਾਂ ਕਿ ਕੱਲ ਨੂੰ ਕਿਤੇ ਇਹ ਫਰਮਾਨ ਤਾਂ ਨਹੀਂ ਜਾਰੀ ਹੋ ਜਾਊਗਾ ਵੀ ਇਲੈਕਸ਼ਨ ਦਾ ਬਾਇਕਾਟ ਹੀ ਕਰ ਦਿਓ? ਦੇਖੋ, ਮੈਂ ਇੱਕ ਗੱਲ ਕਹਾਂਗਾ, ਅਸੀਂ ਫਰਮਾਨ ਜਾਰੀ ਕਰਨ ਵਾਲੇ ਕੌਣ ਆ? ਕਲੀਅਰ ਕੱਟ ਹੈ ਕਿ ਲੋਕ ਰਹਿਣਾ ਸਰਕਾਰਾਂ ਬਣਦੀਆਂ ਨੇ, ਆਵਾਮ ਦੀ ਆਵਾਜ਼ ਜਿਹੜੀ ਹੈ ਉਹ ਹਰ ਇੱਕ ਨੂੰ ਸੁਣਨੀ ਪੈਂਦੀ ਹੈ, ਉਹ ਚਾਹੇ ਪੋਲੀਟੀਕਲ ਲੋਕ ਹੋਣ। ਐ ਨਹੀਂ ਹੁਣ ਕਿਸਾਨਾਂ ਮੂਹਰੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੱਜ ਝੁਕ ਗਈਆਂ ਜਾਂ ਕਹਿ ਦਿੱਤਾ ਸਮਰਥਨ ਕਰਤਾ। ਅੱਜ ਇਹਨਾਂ ਨੂੰ ਪਤਾ ਹੈ ਕਿ ਆਵਾਮ ਦੀ ਆਵਾਜ਼ ਕੀ ਹੈ, ਲੋਕਾਂ ਦੀ ਆਵਾਜ਼ ਕੀ ਹੈ। ਲੋਕਾਂ ਦੀ ਆਵਾਜ਼ ਅੱਜ ਕਿਸਾਨੀ ਅੰਦੋਲਨ ਦੇ ਪੱਖ 'ਚ ਹੈ। ਜੇ ਅੱਜ ਰੈਲੀਆਂ ਕਰਦੇ ਆ ਲੋਕ ਇਹਨਾਂ ਦੇ ਵਿਰੋਧ 'ਚ ਖੜੇ ਹੋ ਜਾਣਗੇ, ਇਹਨਾਂ ਨੂੰ ਪਤਾ ਹੈ। ਇਸ ਕਰਕੇ ਇਹਨਾਂ ਨੇ ਰੈਲੀਆਂ ਆਪਣੀਆਂ ਪੋਸਟਪੋਨ ਕੀਤੀਆਂ ਨੇ।
ਤੇ ਫਿਰ ਮੈਂ ਇਹ ਗੱਲ ਕਵਾਂਗਾ, ਅਸੀਂ ਕੌਣ ਆ ਜੀ ਹੁਕਮ ਕਰਨ ਵਾਲੇ? ਸਾਡੇ ਸਿਰ ਤਾਂ ਇਹ ਮੜਿਆ ਜਾ ਰਿਹਾ ਵੀ ਜੀ ਇਹ ਤਾਂ ਤਾਨਾਸ਼ਾਹੀ ਫਰਮਾਨ ਕਰਤੇ, ਇਹ ਤਾਂ ਤਾਲੀਬਾਨਾ ਫਰਮਾਨ ਹੈ ਜੀ, ਇਹ ਤਾਂ ਡਿਕਟੇਟਰਸ਼ਿਪ ਕਰਨ ਲੱਗ ਪਏ। ਐਦਾਂ ਦੀ ਕੋਈ ਗੱਲ ਨਹੀਂ। ਅਸੀਂ ਤਾਂ ਆਪਣੇ ਕਿਸਾਨੀ ਹੱਕਾਂ ਲਈ ਗਏ ਆ। ਸਾਡਾ ਰਾਜਨੀਤਿਕ ਕੋਈ ਮਫਾਦ ਨਹੀਂ, ਕੋਈ ਸਾਡੀ ਮਨਸ਼ਾ ਨਹੀਂ। ਇਸ ਕਰਕੇ ਭਾਈ ਅਸੀਂ ਇਹਨਾਂ ਨੂੰ ਕਹਿੰਦੇ ਤੁਸੀਂ ਭਾਈ ਜਦੋਂ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਅਨਾਉਂਸ ਕਰੂਗਾ ਉਦੋਂ ਜੋ ਮਰਜ਼ੀ ਕਰਿਓ ਤੁਸੀਂ, ਪਰ ਇੱਕ ਗੱਲ ਹੈ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰਦੇ ਜਿਹੜੀ ਸਾਡੇ ਪੰਜਾਬ ਦੇ ਹਿੱਤ 'ਚ ਨਾ ਹੋਵੇ। ਅਸੀਂ ਜਿਹੜੀ ਪੰਜਾਬ ਦੇ ਹਿੱਤ ਦੀ ਗੱਲ ਹੀ ਕਰਦੇ ਹਾਂ, ਉਹੀ ਗੱਲ ਕਰਾਂਗੇ ਜਿਹੜੀ ਪੰਜਾਬ ਦੇ ਹਿੱਤ ਦੀ ਹੋਵੇ। ਤੇ ਪੰਜਾਬ ਦੇ ਹਿੱਤ 'ਚ ਇਸ ਵੇਲੇ ਇਹ ਆ ਕਿ ਭਰਾ ਮਾਰੂ ਜੰਗ ਨਾ ਪੈਦਾ ਹੋਵੇ, ਇਸ ਕਰਕੇ ਇਹ ਗੱਲਾਂ ਕਹੀਆਂ ਗਈਆਂ। ਇਹਨੂੰ ਸਾਡਾ ਡਿਕਟੇਟਰ ਫਰਮਾਨ ਨਾ ਮੰਨਿਆ ਜਾਵੇ, ਤਾਲੀਬਾਨੀ ਫਰਮਾਨ ਨਾ ਮੰਨਿਆ ਜਾਵੇ। ਅਸੀਂ ਤਾਂ ਕੇਵਲ ਤੇ ਕੇਵਲ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ। ਅੰਦੋਲਨ ਜਿੱਤਣਾ, ਮੁੜ ਕੇ ਖੇਤਾਂ 'ਚ ਚਲੇ ਜਾਣਾ। ਮੇਰੀ ਆਪਣੀ 60-70 ਕਿੱਲੇ ਦੀ ਖੇਤੀ ਹੈ, ਜਿਹਦੇ 'ਚ 10 ਕਿੱਲੇ ਮੇਰੇ ਕੋਲ ਸਪੈਦਾ, 60 ਕਿੱਲੇ ਵਾਜਦੇ ਵਿੱਚ ਹੈਗੇ ਆ। ਮੈਂ ਸਮਝਦਾ ਕਿ ਮੈਂ ਮੁੜ ਖੇਤਾਂ 'ਚ ਜਾਣਾ ਆਪਣੇ। ਤੇ ਠੀਕ ਹੈ, ਮੈਨੂੰ ਅੱਜ ਆਗੂ ਮੰਨ ਲਿਆ ਮੇਰੀ ਜਥੇਬੰਦੀ ਨੇ, ਇਦਾਂ ਜਿਹੜੇ ਬੱਤੀਆਂ ਨੂੰ ਆਗੂ ਮੰਨ ਲਿਆ। ਤੇ 32 ਦੇ 32 ਜਿਹੜੇ ਲੋਕ ਨੇ, ਮੇਰੇ ਖਿਆਲ ਦੇ ਵਿੱਚ ਮੈਂ ਆਪਣਾ ਪਰਸਨਲੀ ਕਹਿ ਸਕਦਾ ਕਿ ਮੇਰਾ ਕੋਈ ਇਹਦੇ ਵਿੱਚ ਇੰਟਰਸਟ ਨਹੀਂ ਵੀ ਆਪਾਂ ਕਿਸੇ ਨੂੰ ਖਰਾਬ ਕਰੀਏ ਜਾਂ ਆਪਣਾ ਕੋਈ ਫਰਮਾਨ ਲਾਗੂ ਕਰੀਏ। ਅਸੀਂ ਤਾਂ ਇਹ ਕਹਿੰਦੇ ਅੱਜ ਵੀ ਭਾਈ ਅਸੀਂ ਤਾਂ ਦਾਸ ਹਾਂ, ਸੇਵਾ ਤੁਸੀਂ ਸਾਨੂੰ ਬਖਸ਼ੀ ਆ, ਜਦੋਂ ਕਹੋਗੇ ਘਰ ਬਹਿ ਜਾਓ ਉਦੋਂ ਘਰ ਬਹਿ ਜਾਵਾਂਗੇ। ਰਾਏ ਸਾਹਿਬ, ਅੱਗੇ ਦਾ ਮੋਰਚੇ ਨੂੰ ਸਟਰੋਂਗ ਕਰਨ ਲਈ ਕੀ ਪਲਾਨ ਹੈ? ਕਿਵੇਂ ਮੋਰਚੇ ਨੂੰ ਸਟਰੋਂਗ ਕਰੋਗੇ? ਦੇਖੋ ਬਲਜੀਤ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਮੋਰਚੇ ਨੂੰ ਵੱਡੀ ਪ੍ਰਾਪਤੀ ਹੈ ਵੀ ਚੜ੍ਹਦੀ ਕਲਾ 'ਚ ਹੈ ਮੋਰਚਾ। ਔਰ ਮੈਂ ਇਹ ਬਹੁਤ ਵਾਰ ਕਿਹਾ ਵੀ ਇਸ ਮੋਰਚੇ 'ਚ ਉਸ ਅਕਾਲ ਪੁਰਖ ਦੀ ਕਲਾ ਵਰਤ ਰਹੀ ਹੈ। ਉਹ ਕਿਵੇਂ? ਜਦੋਂ ਅੰਦੋਲਨ ਨੂੰ ਥੋੜਾ ਬਹੁਤ ਗਿਰਾਵਟ ਆਈ, ਸੰਖਿਆ ਘਟੀ, ਚਾਹੇ 26 ਤੋਂ ਪਹਿਲਾਂ ਤਾਂ ਇਦਾਂ ਦੀ ਕੋਈ ਲੋੜ ਰਹੀ ਨਹੀਂ। 26 ਨੂੰ ਸਰਕਾਰ ਨੇ ਮਾਹੌਲ ਇਦਾਂ ਦਾ ਕ੍ਰੀਏਟ ਕਰਤਾ, ਇਦਾਂ ਦਾ ਮਾਹੌਲ ਪੈਦਾ ਕਰਤਾ ਕਿ ਪ੍ਰਚਾਰ ਵੀ ਇਦਾਂ ਦਾ ਕਰਤਾ। ਹਾਲਾਂਕਿ 26 ਨੂੰ ਬਹੁਤ ਸਾਰੇ ਸਾਥੀ ਜਿਹੜੇ ਗਏ ਸਾਨੂੰ 26 ਲਈ ਗਏ, ਸਾਨੂੰ ਨਹੀਂ ਮੁੜ ਕੇ ਆਉਣਾ ਸੀ, ਪਰ ਮਾਹੌਲ ਇਦਾਂ ਦਾ ਕ੍ਰੀਏਟ ਕਰਤਾ ਕਿ ਜੀ ਦੁਨੀਆ ਸਾਰੀ ਮੁੜ ਗਈ, ਲੋਕ ਵਾਪਸ ਮੁੜ ਗਏ, ਚਲੇ ਗਏ। ਜਦੋਂ ਇਦਾਂ ਦੇ ਹਾਲਾਤ ਪੈਦਾ ਕਰਤੇ ਤੇ ਇੱਕ ਉਸ ਅਕਾਲ ਪੁਰਖ ਨੇ ਦੇਖੋ ਉਧਰੋਂ ਗਾਜ਼ੀਪੁਰ ਬਾਰਡਰ ਤੋਂ ਇੱਕ ਜਿਹੜੀ ਅਲਖ ਜਗਾਈ, ਔਰ ਉਸ ਅਲਖ ਜਗਾਉਣ ਦੇ ਨਾਲ ਮੁੜ ਅੰਦੋਲਨ ਨੂੰ ਜਿਹੜੀ ਚੜ੍ਹਦੀ ਕਲਾ ਪ੍ਰਾਪਤ ਹੋ ਗਈ, ਮਿਲ ਗਈ। ਸੋ ਮੈਂ ਬਹੁਤ ਵਾਰ ਕਿਹਾ ਵੀ ਹੁਣ ਤੁਸੀਂ ਵੇਖੋ, ਹੁਣ ਗੋਦੀ ਮੀਡੀਆ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਦਿਨ ਹੁਣ ਕਹਿਣਾ ਸ਼ੁਰੂ ਕਰਤਾ ਵੀ ਮੋਰਚੇ ਤੇ ਸੰਖਿਆ ਹੈ ਨਹੀਂ, ਕਿੱਥੇ ਹੈ ਜੀ ਅੰਦੋਲਨ? ਜਿਹੜਾ ਗੋਦੀ ਮੀਡੀਆ ਉਹ ਬਿਆਨ ਕਰਦਾ ਸੀ ਬਾਰ-ਬਾਰ, 3-4 ਚੈਨਲ ਹੈਗੇ ਨੇ, ਮੈਂ ਨਾਂ ਲੈਣ ਲੱਗੂਗਾ, ਟਾਈਮ ਲੱਗੂਗਾ। ਮੈਂ ਸਮਝਦਾ ਵੀ ਉਹਨਾਂ ਨੇ ਪ੍ਰਚਾਰ ਅੰਦੋਲਨ ਹੈ ਕਿੱਥੇ? ਸਰਕਾਰ ਨੇ ਕਹਿਣਾ ਸ਼ੁਰੂ ਕਰਤਾ ਅੰਦੋਲਨ ਹੈ ਕਿੱਥੇ, ਸੰਖਿਆ ਹੈ ਨਹੀਂ ਅੰਦੋਲਨ ਦੇ ਵਿੱਚ। ਮੁਜ਼ੱਫਰਨਗਰ ਦੀ ਰੈਲੀ ਨੇ ਦੱਸਤਾ ਵੀ ਅੰਦੋਲਨ ਉੱਥੇ ਹੀ ਹੈ, ਚੜ੍ਹਦੀ ਕਲਾ 'ਚ। ਜੋ ਅੰਦੋਲਨ 26 ਨੂੰ ਜਿਹੜੇ ਪੀਕ ਤੇ ਸੀ, 26 ਜਨਵਰੀ ਨੂੰ, ਅੱਜ ਅੰਦੋਲਨ ਜੋ 26 ਨਵੰਬਰ ਨੂੰ ਸੀ, 26 ਜਨਵਰੀ ਨੂੰ ਸੀ, ਅੱਜ ਵੀ ਉੱਥੇ ਅੰਦੋਲਨ ਖੜਾ। ਔਰ ਉਹ ਮੁਜ਼ੱਫਰਨਗਰ ਦੀ ਰੈਲੀ ਤੋਂ ਬਾਅਦ ਜਿਹੜਾ ਕਰਨਾਲ ਵਾਲੀ ਹੋਈ ਹੈ, ਕਰਨਾਲ ਵਾਲੀ ਜਿਹੜੀ ਉਹ ਤੋਂ ਵੀ ਵੱਧ ਕੇ ਵਧੀਆ ਲੱਗਿਆ, ਕਿਉਂਕਿ ਕਰਨਾਲ ਕੇਵਲ ਤੇ ਕੇਵਲ 2 ਜਾਂ 3 ਸਟੇਟਾਂ ਤੋਂ ਬੰਦੇ ਆਏ ਸੀ, ਉੱਥੇ ਮੁਜ਼ੱਫਰਨਗਰ 22 ਸਟੇਟਾਂ ਤੋਂ ਆਏ ਸੀ, ਪਰ ਕਰਨਾਲ ਬਹੁਤ ਵੱਡਾ ਇਕੱਠ ਹੋਇਆ ਤੇ ਸਰਕਾਰ ਨੂੰ ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ ਕਿ ਅੰਦੋਲਨ ਚੜ੍ਹਦੀ ਕਲਾ 'ਚ ਹੈ। ਤੇ ਹੁਣ ਜਿਹੜੀ ਅਗਲੀ ਰਣਨੀਤੀ ਤੁਸੀਂ ਕਿਹਾ ਹੈ, ਅਗਲੀ ਰਣਨੀਤੀ ਇਹ ਹੋਈ ਹੈ ਜਿਵੇਂ ਬੰਗਾਲ ਦੇ ਵਿੱਚ ਇਹਨਾਂ ਦੇ ਸੱਟ ਮਾਰੀ ਹੈ। ਬੰਗਾਲ ਦੇ ਵਿੱਚ ਕਹਿੰਦੇ ਸਨ ਕਿ ਅਸੀਂ 250 ਤੋਂ ਪਾਰ ਜਾਵਾਂਗੇ, ਪਰ ਉੱਥੇ ਕੁਝ ਨਹੀਂ ਲੱਭਿਆ ਇਹਨਾਂ ਨੂੰ, ਔਰ ਉੱਥੇ ਬੁਰੀ ਹਾਰ ਹੋਈ ਇਹਦੀ, ਕਿਉਂਕਿ ਪੂਰਾ ਤੰਤਰ ਲਾਤਾ ਸੀ ਨਹੀਂ ਕੇਂਦਰ ਸਰਕਾਰ ਦਾ, ਇਹਨਾਂ ਦਾ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਇਹਨਾਂ ਦੇ ਜਿਹੜੇ 3-4 ਸਟੇਟਾਂ ਦੇ ਚੀਫ ਮਿਨਿਸਟਰ, ਉਹ ਸਾਰੇ ਹੀ ਲਾਤੇ, ਇਹਨਾਂ ਦਾ ਪਾਰਟੀ ਪ੍ਰਧਾਨ ਬੀਜੇਪੀ ਦਾ। ਪਰ ਪੈਸਾ ਵੀ ਸੁੱਟਿਆ, ਸਾਰਾ ਕੁਝ ਕੀਤਾ, ਪਰ ਲੋਕਾਂ ਨੇ ਨਕਾਰ ਦਿੱਤਾ ਇਹਨਾਂ ਨੂੰ ਬਿਲਕੁਲ। ਤੇ ਹੁਣ ਸਾਡੀ ਅਗਲੀ ਰਣਨੀਤੀ ਇਹ ਹੈ ਵੀ ਵੱਡੀ ਸਟੇਟ ਜਿਹੜੀ ਆ ਉਹ ਯੂਪੀ ਹੈ। ਯੂਪੀ ਔਰ ਉੱਤਰਾਖੰਡ 'ਚੋਂ 85 ਸੀਟਾਂ ਨੇ, 80 ਤਾਂ ਇਕੱਲੀ ਯੂਪੀ 'ਚੋਂ ਨੇ। ਔਰ ਤੁਸੀਂ ਦੇਖੋ ਵੀ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ ਯੂਪੀ ਹੋ ਕੇ ਜਾਂਦਾ ਹੈ। ਬਿਲਕੁਲ। ਔਰ ਉਹ ਜਦੋਂ ਯੂਪੀ 'ਚ ਇਹਨਾਂ ਨੂੰ ਸੁੱਟ ਲਿਆ ਤੇ ਫਿਰ ਇਹ ਆਪਣੇ ਆਪ ਡਿੱਗ ਪੈਣਗੇ, ਫਿਰ ਤੁਹਾਡੇ ਚਰਨਾਂ 'ਚ ਡਿੱਗ ਕੇ ਕਹਿਣਗੇ ਵੀ ਦੱਸੋ ਜੀ ਅਸੀਂ ਹੁਣ ਕੀ ਕਰੀਏ, ਕਿਵੇਂ ਇਹਨਾਂ ਨੂੰ ਅਸੀਂ ਰੱਦ ਕਰੀਏ, ਤਾਂ ਕਿਵੇਂ ਅਸੀਂ ਤੁਹਾਨੂੰ MSP ਦੇ ਗਰੰਟੀ ਕਾਨੂੰਨ ਬਣਾ ਕੇ ਦਈਏ। ਸੋ ਉਹ ਜਿਹੜੀ ਨੌਬਤ ਸਾਨੂੰ ਪੈਦਾ ਕਰਨੀ ਪਊਗੀ, ਉਹਦੀਆਂ ਤਿਆਰੀਆਂ ਕਰ ਲਈਆਂ ਆਲਰੇਡੀ। ਹੁਣ ਜਿਹੜੀਆਂ ਰੈਲੀਆਂ ਹੈਗੀਆਂ ਉਹ ਸ਼ੁਰੂ ਨੇ, ਔਰ ਕੱਲ ਵੀ ਉੱਥੇ ਮੇਰੇ ਖਿਆਲ ਸੀਤਾਪੁਰ ਹੈਗੀ, ਉੱਥੇ ਰੈਲੀ ਹੈ ਯੂਪੀ ਦੇ ਵਿੱਚ, ਔਰ ਰੋਜ਼ ਉੱਥੇ ਰੈਲੀਆਂ। ਹੁਣ ਜਿਹੜੀ ਸਾਈਡ 'ਚ ਕਹਿੰਦੇ ਸੀ ਨਾ ਜੀ ਇਹਦੇ ਨਾਰਥ 'ਚ ਇਹਦੇ ਹੈ ਨਹੀਂ, ਇਹਦੇ ਈਸਟ ਹੈ ਨਹੀਂ, ਵੈਸਟ ਹੈ ਨਹੀਂ, ਸਾਰੀ ਯੂਪੀ ਦੇ ਵਿੱਚ ਹੁਣ ਰੈਲੀਆਂ ਬੜੀਆਂ ਹੋਣ ਲੱਗ ਪਈਆਂ। ਔਰ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਲੋਕਾਂ ਨੂੰ ਫਿਰਕੂਪ੍ਰਸਤ ਪਾਰਟੀ ਹੈ, ਤੋੜਦੀ ਹੈ ਹਿੰਦੂ ਨੂੰ, ਸਿੱਖ ਨੂੰ, ਹਿੰਦੂ ਮੁਸਲਮਾਨ ਨੂੰ, ਹਿੰਦੂ ਈਸਾਈ ਨੂੰ, ਜਾਤ ਦੇ ਨਾਂ ਤੇ ਲੜਾਉਂਦੇ ਨੇ, ਧਰਮ ਦੇ ਨਾਂ ਤੇ ਲੜਾਉਂਦੇ ਨੇ। ਔਰ ਜਿਹੜਾ ਇਹ ਲੋਕਾਂ ਨੂੰ, ਹਿੰਦੂ ਭਰਾਵਾਂ ਨੂੰ ਗੁੰਮਰਾਹ ਕਰਕੇ ਲਾਉਂਦੇ ਨੇ, ਮਗਰ ਅੱਜ ਉਹ ਵੀ ਸਮਝਣ ਲੱਗ ਪਏ। ਔਰ ਉੱਥੇ ਇਹ ਨਾਰਾ ਦਿੱਤਾ ਗਿਆ ਕਿ ਬੀਜੇਪੀ ਵਾਲੇ ਤੋੜेंगे
तो हम इनको जोड़ेंगे। ਹਾਂ ਔਰ ਇਹ ਜਿਹੜਾ ਨਾਰਾ ਆ ਜਦੋਂ ਇਹ ਸੱਚ ਹੋ ਗਿਆ, ਇੱਕ ਤਾਂ ਸਾਡਾ ਜੋ ਭਾਰਤ ਸੋਨੇ ਦੀ ਚਿੜੀਆ ਸੀ, ਪਹਿਲਾਂ ਤੋਂ ਲੋਕ ਰਲ ਕੇ ਬਹਿੰਦੇ ਸੀ, ਉਹ ਬਹਿਣਗੇ। ਔਰ ਦੂਜੀ ਗੱਲ, ਬੀਜੇਪੀ ਦੀ ਜਿਹੜੀ ਰਾਜਨੀਤਿਕ ਜ਼ਮੀਨ ਉਹਨਾਂ ਤੋਂ ਖੁੱਸ ਜਾਏਗੀ, ਫਿਰ ਇਹ ਆਪਣੇ ਆਪ ਕਹਿਣਗੇ ਵੀ ਅਸੀਂ ਰਿਪੀਲ ਕਰਦੇ ਹਾਂ। ਸੋ ਇਹ ਅੰਦੋਲਨ ਦੀ ਅਗਲੀ ਰਣਨੀਤੀ ਹੈ। 27 ਨੂੰ ਸਾਡਾ ਹੁਣ ਬੰਦ ਹੈ ਪੂਰਾ ਭਾਰਤ। ਉਸ ਤੋਂ ਬਾਅਦ ਯੂਪੀ ਵੱਲ ਦੀਆਂ ਤਿਆਰੀਆਂ, ਡਿਊਟੀਆਂ ਲੱਗ ਜਾਣਗੀਆਂ, ਮੋਰਚੇ ਉੱਥੇ ਯੂਪੀ ਦੇ ਵਿੱਚ ਲੱਗਣਗੇ। ਹੁਣ ਬਿਲਕੁਲ ਤਕੜੇ ਹੋ ਕੇ ਯੂਪੀ 'ਚ ਇਹਨਾਂ ਨੂੰ ਹਰਾਵਾਂਗੇ। ਰਾਜ ਸਾਹਿਬ, ਇੱਕ ਰੀਸੈਂਟਲੀ ਤੁਸੀਂ ਸਾਰਿਆਂ ਨੇ ਸੁਣਿਆ, ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਚਾਹੁੰਦਾ ਕਿ ਦੀਪ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਕਿਸਾਨੀ ਅੰਦੋਲਨ ਵਿੱਚ ਮਰੇ ਹੋਏ ਲੋਕ ਸ਼ਹੀਦ ਨਹੀਂ ਨੇ। ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਇਹ ਉਸਦਾ ਬਿਆਨ ਦੇਣਾ ਜਾਇਜ਼ ਹੈ ਕਿ ਨਜਾਇਜ਼ ਹੈ? ਕੀ ਵਿਊ ਹੈ ਤੁਹਾਡਾ? ਮੋਰਚੇ ਦਾ ਕੀ ਵਿਊ ਹੈ ਇਹਦੇ ਉੱਪਰ? ਦੇਖੋ, ਮੇਰੀ ਪਰਸਨਲੀ ਰਾਏ ਹੈ, ਮੋਰਚੇ ਦਾ ਵਿਊ ਸਾਰਾ ਮੋਰਚਾ ਦੱਸੇਗਾ। ਪਰ ਮੈਂ ਕਹੂੰਗਾ, ਮੈਂ ਬਹੁਤ ਵਾਰ ਕਿਹਾ ਕਿ ਸਾਡੇ ਪੰਜਾਬ ਦਾ ਹੀ ਪੁੱਤਰ ਹੈ, ਪਰ ਉਹਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਸ਼ਹੀਦ ਤਾਂ ਹਰ ਇੱਕ ਸ਼ਹੀਦ ਹੈ। ਮੋਰਚੇ ਦੇ ਵਿੱਚ ਜਿਹੜਾ ਸ਼ਹੀਦ ਹੋ ਰਿਹਾ ਹੈ, ਮੋਰਚਾ ਹੈ। ਇੱਕ ਮੋਰਚਾ ਬਾਰਡਰ ਤੇ ਹੁੰਦਾ, ਜਿੱਥੇ ਸਾਡੇ ਜਵਾਨ ਲੜਦੇ ਨੇ। ਅੱਜ ਕਿਸਾਨ ਲੜ ਰਹੇ ਨੇ ਆਪਣੇ ਹੱਕਾਂ ਲਈ। ਅੱਜ ਵੀ ਜਾਬਰ ਸਰਕਾਰ ਨਾਲ ਲੜਾਈ ਹੈ ਸਾਡੀ, ਜਿਹੜੀ ਤਾਨਾਸ਼ਾਹ ਸਰਕਾਰ ਨਾਲ ਲੜਾਈ ਹੈ। ਇਹ ਵੀ ਮੋਰਚਾ ਹੈ। ਤਾਂ ਫਿਰ ਮੋਰਚੇ ਦੇ ਵਿੱਚ ਇੱਕ ਜਿਹੜਾ ਰਸੋਈਆ ਹੁੰਦਾ ਨਾ, ਜਿਹੜਾ ਪ੍ਰਸ਼ਾਦੇ ਬਣਾ ਕੇ ਛਕਾਉਂਦਾ ਜਵਾਨਾਂ ਨੂੰ, ਤਾਂ ਜਵਾਨ ਫੌਜ ਦੇ ਲੜਦੇ ਨੇ ਬਾਰਡਰ ਤੇ, ਉਹ ਰਫਲ ਨਹੀਂ ਚੱਕਦਾ। ਉਹਦੇ ਹੱਥ 'ਚ ਚਾਕੂ, ਛੁਰੀ, ਤਵਾ, ਬਿਲਕੁਲ ਬੇਲਣਾ ਇਹ ਹੁੰਦੇ ਆ। ਤੇ ਉਹ ਵੀ ਜਦੋਂ ਸ਼ਹੀਦ ਹੁੰਦਾ, ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ। ਪੂਰੇ ਸ਼ਹੀਦੀ ਦੇ ਸਨਮਾਨ ਮਿਲਦੇ ਨੇ। ਔਰ ਜੋ ਸ਼ਹੀਦ ਨੂੰ ਸਰਕਾਰ ਵੱਲੋਂ ਰਿਆਇਤਾਂ ਹੁੰਦੀਆਂ, ਉਹ ਮਿਲਦੀਆਂ ਨੇ ਉਹਦੇ ਪਰਿਵਾਰ ਨੂੰ। ਕਹਿਣ ਦਾ ਭਾਵ, ਉਹ ਜਿਹੜਾ ਮੋਰਚੇ 'ਚ ਚਲਾ ਗਿਆ ਘਰੋਂ, ਆਪਣੇ ਘਰੋਂ ਕਫਨ ਬਣ ਕੇ ਗਿਆ ਨਾ, ਉਹ ਬੇਸ਼ੱਕ ਨੈਚੁਰਲ ਡੈਥ ਹੋਵੇ ਉਹਦੀ ਉੱਥੇ, ਪਰ ਘਰੋਂ ਤਾਂ ਕਫਨ ਬਣ ਕੇ ਗਿਆ ਨਾ। ਉਹ ਤਿਆਰੀ 'ਚ ਗਿਆ ਵੀ ਜੇ ਸਰਕਾਰ ਗੋਲੀਆਂ ਚਲਾਊ, ਡੰਡੇ ਚਲਾਊ, ਤਾਂ ਅਸੀਂ ਸਮਾਂਗੇ। ਤੇ ਫਿਰ ਉਹਨੂੰ ਕਿਵੇਂ ਸ਼ਹੀਦ ਨਹੀਂ ਮੰਨਾਂਗੇ? ਉਹਦੇ ਇਸ ਬਿਆਨ ਦੀ ਮੈਂ ਸਖਤ ਨਿੰਦਾ ਕਰਦਾ, ਸਖਤ ਸ਼ਬਦਾਂ 'ਚ, ਕਿ ਉਸ ਵੀਰ ਨੂੰ ਇੱਦਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ। ਇਹ ਨਾ ਸਮਝੀ ਵਾਲਾ ਬਿਆਨ ਹੈ। ਸੋ ਇਹ ਸਮਝਦਾਰੀ ਨਾਲ ਬਿਆਨ ਦੇਣਾ ਚਾਹੀਦਾ। ਇੱਕ ਭਾਵੇਂ ਬਜ਼ੁਰਗ, ਕੋਈ 90 ਸਾਲ ਦਾ ਬਜ਼ੁਰਗ ਸ਼ਹੀਦ ਹੋਇਆ, ਉਹਨੂੰ ਸ਼ਹੀਦ ਦਾ ਦਰਜਾ ਦੇਵਾਂਗੇ। ਅਸੀਂ ਤਾਂ ਉਹਨੂੰ ਸ਼ਹੀਦ ਮੰਨਦੇ ਹਾਂ। ਉਹ ਨਹੀਂ ਮੰਨਦਾ, ਉਹਦੀ ਆਪਣੀ ਮੱਤ ਹੈ, ਉਹ ਇੱਥੇ ਜਵਾਬ ਦੇਵੇ। ਪਰ ਮੈਂ ਕਹੂੰਗਾ ਉਹਦਾ ਨਾ ਸਮਝੀ ਵਾਲਾ ਬਿਆਨ ਹੈ। ਉਹਦੀ ਅਸੀਂ ਇਹਦੇ ਬਿਆਨ ਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ। ਰਾਏ ਸਾਹਿਬ, ਇੱਕ ਜਦੋਂ ਸ਼ੁਰੂਆਤੀ ਦੌਰ ਸੀ ਮੋਰਚੇ ਦਾ, ਸ਼ੁਰੂਆਤੀ ਦੌਰ ਦੇ ਵਿੱਚ ਆਗੂ ਇੱਕ ਦੂਜੇ ਦੇ ਜੇ ਕੋਈ ਗਲਤੀ ਵੀ ਕਰਦਾ ਸੀ, ਉਹਨੂੰ ਡਿਫੈਂਡ ਕਰਦੇ ਸੀਗੇ, ਉਹਨੂੰ ਪ੍ਰੋਟੈਕਟ ਕਰਦੇ ਸੀਗੇ, ਉਹਦੇ ਨਾਲ ਖਲੋਂਦੇ ਸੀਗੇ, ਪ੍ਰੋਗਰਾਮ ਇਕੱਠੇ ਹੁੰਦੇ ਸੀ। ਪਰ ਅੱਜ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਦਾ, ਇਸ ਮੋਰਚੇ ਨੂੰ ਪਿਆਰ ਕਰਨ ਵਾਲਿਆਂ ਦਾ ਇੱਕ ਸਵਾਲ ਆਉਂਦਾ ਹੈ ਕਿ ਕਿਸਾਨ ਆਗੂ ਇਕਜੁੱਟ ਹੋ ਕੇ ਕਿਉਂ ਨਹੀਂ ਕੰਮ ਕਰਦੇ? ਸਾਰਿਆਂ ਦੇ ਅਲੱਗ-ਅਲੱਗ ਪ੍ਰੋਗਰਾਮ ਕਿਉਂ ਆਉਂਦੇ ਨੇ? ਇਹਨਾਂ ਦਾ ਇੱਕ ਪ੍ਰੋਗਰਾਮ ਕਿਉਂ ਨਹੀਂ ਹੁੰਦਾ? ਇਕਜੁੱਟ ਕਿਉਂ ਨਹੀਂ ਹੈਗੇ? ਇਹਦੇ ਉੱਪਰ ਕੀ ਤੁਹਾਡਾ ਜਵਾਬ ਹੈ? ਦੇਖੋ ਬਲਜੀਤ ਜੀ, ਮੈਂ ਗੱਲ ਕਹਾਂਗਾ, ਪ੍ਰੋਗਰਾਮ ਬਿਲਕੁਲ ਸਾਡੇ ਇੱਕ ਹੀ ਹੁੰਦੇ ਨੇ। ਇਹ ਜ਼ਰੂਰ ਹੈ ਕਿ ਬਿਆਨਬਾਜ਼ੀ 'ਚ ਕਈ ਵਾਰੀ ਲੱਗਦਾ ਕਿ ਵੱਖਰੇ ਵੱਖਰੇ ਪ੍ਰੋਗਰਾਮ, ਜਿਵੇਂ ਟਕੈਤ ਸਾਹਿਬ ਬਿਆਨ ਦੇ ਦਿੰਦੇ ਨੇ ਵੀ 40 ਲੱਖ ਟਰੈਕਟਰ ਜਾਣਾ, ਪਰ ਉਹਨਾਂ ਦੀ ਲਾਸਟ ਜਿਹੜੀ ਲਾਈਨ ਉਹ ਸੁਣਿਆ ਕਰੋ। वो बड़े आगू ने वो कह देंगे ने कि 40 लाख ट्रैक्टर यहीं पर है, अभी भी जाएगा, एक कॉल देंगे 40 लाख ट्रैक्टर चला जाएगा, जहाँ सरकार को हम टाइम देते हैं इतना। पर उन्होंने लास्ट की हुंदा सारे बयान तो ਜਦੋਂ ਤੁਸੀਂ ਕਿਸੇ ਦੀ ਕੋਈ ਪੜਤੋਲ ਕਰਦੇ ਆ ਨਾ ਪੂਰੀ, ਤੇ ਅਸਲ ਜਿਹੜਾ ਅਰਥ ਹੁੰਦਾ ਉਹ ਸਿੱਟੇ 'ਚ ਸਮਝਿਆ ਜਾਂਦਾ, ਤੇ ਲਾਸਟ ਜਿਹੜਾ ਸਿੱਟਾ ਹੁੰਦਾ ਉਹ ਸਿੱਟੇ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਮੇਰਾ ਆਪਣਾ ਬਿਆਨ ਹੈ, ਮੇਰੀ ਪਰਸਨਲ ਰਾਏ ਹੈ। ਇਹ ਕਿਹਾ ਹੁੰਦਾ ਟਕੈਤ ਸਾਹਿਬ ਨੇ ਕਿ ਮੇਰਾ ਪਰਸਨਲ ਆਪਣਾ ਬਿਆਨ ਹੈ, ਇਹ ਮੇਰੀ ਆਪਣੀ ਰਾਏ ਹੈ, ਪਰ ਜਿਹੜਾ ਲਾਸਟ ਡਿਸੀਜਨ ਹੈ ਉਹ ਸੰਯੁਕਤ ਮੋਰਚੇ ਦਾ ਹੋਏਗਾ। ਕਹਿਣ ਦਾ ਭਾਵ ਇਹ ਇਕਜੁੱਟ ਦਾ ਹੀ ਬਿਆਨ ਹੁੰਦਾ ਹੈ, ਕੋਈ ਇਹ ਤੋਂ ਵੱਖਰਾ ਨਹੀਂ। ਇੱਦਾਂ ਚੜੂਨੀ ਸਾਹਿਬ ਦਾ ਬਿਆਨ ਹੁੰਦਾ ਕਈ ਵਾਰੀ, ਉਹ ਕਹਿੰਦੇ ਆ ਵੀ ਭਾਈ ਮੇਰੀ ਭਾਵਨਾ ਪੰਜਾਬ 'ਚ ਇਲੈਕਸ਼ਨ ਲੜਨੀ ਚਾਹੀਦੀ ਸਾਰਿਆਂ ਨੂੰ, ਪਰ ਮੈਂ ਸੰਯੁਕਤ ਮੋਰਚੇ ਤੋਂ ਬਾਹਰ ਨਹੀਂ, ਲਾਸਟ ਡਿਸੀਜਨ ਜਿਹੜਾ ਉਹ ਸੰਯੁਕਤ ਮੋਰਚੇ ਦਾ ਹੋਏਗਾ। ਤੇ ਫਿਰ ਆਪਣੀ ਰਾਏ ਤਾਂ ਲੋਕਤੰਤਰ ਹੈ, ਹਰ ਇੱਕ ਬੰਦਾ ਕੋਈ ਰੱਖ ਸਕਦਾ, ਕੋਈ ਗੱਲ ਨਹੀਂ ਐਡੀ, ਆਪਣੀ ਰਾਏ ਰੱਖੀ ਜਾਣ, ਕੋਈ ਗੱਲ ਨਹੀਂ। ਪਰ ਲਾਸਟ ਡਿਸੀਜਨ ਜਦੋਂ ਕਹਿਤਾ ਸੰਯੁਕਤ ਮੋਰਚੇ ਦਾ ਹੋਊਗਾ, ਫਿਰ ਸੁਪਰੀਮ ਜਿਹੜਾ ਹੈ ਉਹ ਸੰਯੁਕਤ ਮੋਰਚਾ ਹੈ। ਇਹਦੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ, ਸਾਡੇ ਵਰਗੇ ਕੋਈ ਵੀ ਮੈਂ ਬਿਆਨ ਦੇ ਦੇਵਾਂ, ਅਸੀਂ ਤਾਂ ਬੱਚੇ ਉਹਨਾਂ ਮੋਰੇ, ਪਰ ਮੈਂ ਕਹਾਂਗਾ ਕਿ ਕੋਈ ਵੀ ਬਿਆਨ ਦੇ ਦੇਵੇ, ਇਹ ਕਲੀਅਰ ਕੱਟ ਹੈ, ਕੋਈ ਬੜਾ ਨਹੀਂ, ਸੰਯੁਕਤ ਮੋਰਚਾ ਵੱਡਾ ਹੈ, ਤੇ ਉਹਦਾ ਹੁਕਮ
ਸਾਰਿਆਂ ਨੂੰ ਸਿਰ ਮੱਥੇ ਹੈ, ਔਰ ਉਹਦੇ ਹੁਕਮ ਤੋਂ ਬਾਹਰ ਇੱਕ ਪੈਰ ਵੀ ਨਹੀਂ ਕੋਈ ਰੱਖਦਾ। ਜਿਹੜਾ ਕਿ ਰੱਖਦਾ ਉਹਨੂੰ ਫਿਰ ਪਨਿਸ਼ ਵੀ ਕੀਤਾ ਜਾਂਦਾ। ਤੁਸੀਂ ਦੇਖਿਆ ਉਹ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਆਗੂਆਂ ਨੂੰ ਸਸਪੈਂਡ ਕੀਤਾ ਗਿਆ। ਉਹ ਇਹ ਗੱਲ ਹੁੰਦੀ ਹੈ ਜਦੋਂ ਕੋਈ ਆਗੂ ਉਹ ਆਪਣੇ ਸੰਯੋਗ ਦੇ ਫੈਸਲੇ ਤੋਂ ਇੱਕ ਪੈਰ ਬਾਹਰ ਕਰਦਾ, ਉਹਨੂੰ ਉਸਲੇ ਫੜ ਕੇ ਖਿੱਚ ਲਿਆ ਜਾਂਦਾ। ਉਹ ਖਿੱਚਣ ਨਹੀਂ ਹੁੰਦਾ, ਉਹ ਸਸਪੈਂਡ। ਕੋਈ ਇਹ ਨਹੀਂ ਹੁੰਦਾ ਕਿ ਸਾਡੇ 'ਚ ਲੜਾਈ ਪੈਦਾ ਹੋ ਗਈ, ਵਿਰੋਧ ਪੈਦਾ ਹੋ ਗਿਆ। ਜਿਵੇਂ ਕਿ ਸਕੂਲ ਦੇ ਵਿੱਚ ਕੋਈ ਬੱਚਾ ਲੇਟ ਆਉਂਦਾ ਹੈ ਜਾਂ ਹੋਮਵਰਕ ਕਰਕੇ ਨਹੀਂ ਆਉਂਦਾ ਤਾਂ ਉਹਨੂੰ ਟੀਚਰ ਕਹਿੰਦਾ ਖੜਾ ਹੋ ਜਾ ਕਲਾਸ 'ਚ, ਉਹਦੇ ਲਈ ਉਹ ਪਨਿਸ਼ਮੈਂਟ ਹੁੰਦੀ ਹੈ, ਉਹਨੂੰ ਕਲਾਸ 'ਚੋਂ ਬਾਹਰ ਨਹੀਂ ਕੱਢਦਾ। ਉਹਨੂੰ ਪਨਿਸ਼ਮੈਂਟ ਹੁੰਦੀ ਹੈ ਵੀ ਅੱਗੇ ਤੋਂ ਆਪਣਾ ਹੋਮਵਰਕ ਕਰਕੇ ਆਵੀਂ। ਇਸੇ ਤਰ੍ਹਾਂ ਸਾਰੇ ਆਗੂਆਂ ਨੂੰ ਉਹ ਸਮੇਂ-ਸਮੇਂ ਸਿਰ ਉਨੀ ਕੁ ਉਹ ਜਿਹੜੀ ਪਨਿਸ਼ਮੈਂਟ ਕੀਤੀ ਜਾਂਦੀ ਹੈ ਕਿ ਭਾਈ ਤੁਸੀਂ ਅੱਗੇ ਤੋਂ ਸੰਯੁਕਤ ਮੋਰਚੇ ਦੀ ਕਾਲ ਤੋਂ ਬਾਹਰ ਨਹੀਂ ਜਾਣਾ, ਇੱਕ ਕਦਮ ਵੀ ਬਾਹਰ ਨਹੀਂ ਪਟਣਾ। ਸੋ ਇਸ ਕਰਕੇ ਸੁਪਰੀਮ ਸੰਯੁਕਤ ਮੋਰਚਾ ਹੈ ਤੇ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਹੈ ਉਹ ਇਕਜੁੱਟਤਾ ਨਾਲ ਹੀ ਹੁੰਦੀ ਹੈ, ਉਹ 'ਚ ਕੋਈ ਵਖਰੇਵਾ ਨਹੀਂ। ਠੀਕ ਹੈ। ਇੱਕ ਰਾਏ ਸਾਹਿਬ, ਪਿਛਲੇ 3 ਕੁ ਦਿਨ ਦੇ ਵਿੱਚ ਦੇਖਿਆ ਕਿ 17 ਤਰੀਕ ਨੂੰ ਅਕਾਲੀ ਦਲ ਨੇ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਗਟ ਕਰਨ ਲਈ ਕਿ ਜੋ 3 ਕਾਲੇ ਕਾਨੂੰਨ ਆਏ ਉਹਦੀ ਇੱਕ ਪ੍ਰੋਗਰਾਮ ਉਲੀਕਿਆ ਸੀ, ਜਿਹਦੇ ਵਿੱਚ ਅਕਾਲੀ ਦਲ ਦਾ ਜੋ ਕੇਡਰ ਹੈ ਵੱਖ-ਵੱਖ ਹਲਕਿਆਂ ਤੋਂ ਉਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀਗਾ। ਤੇ ਅਸੀਂ ਬਹੁਤ ਵੀਡੀਓਜ਼ ਦੇਖੀਆਂ ਨੇ, ਬਹੁਤ ਕੁਝ ਦੇਖਿਆ, ਜਿਹਦੇ ਵਿੱਚ ਜਿਸ ਟਾਈਮ ਉਹ ਮੋਰਚੇ ਦੇ ਵਿੱਚੋਂ ਲੰਘ ਰਹੇ ਸੀਗੇ ਸਿੰਘੂ ਬਾਰਡਰ ਤੋਂ ਜਾਂ ਟਿਕਰੀ ਬਾਰਡਰ ਤੋਂ, ਤਾਂ ਉੱਥੇ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ, ਉਹਨਾਂ ਤੇ ਪਰਸਨਲ ਅਟੈਕ ਹੋਏ, ਬਹੁਤ ਉਹਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਗਲਤ ਹੈ, ਇਹ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਇਹਦਾ ਕੋਈ ਹੋਰ ਤਰੀਕਾ ਅਖਤਿਆਰ ਕਰ ਲੈਂਦੇ? ਬਿਲਕੁਲ ਬਿਲਕੁਲ। ਅਸੀਂ ਕੱਲ ਉਹਨਾਂ ਨੂੰ ਨੌਜਵਾਨਾਂ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਬੁਲਾਇਆ ਸੀ ਅਸੀਂ ਬੱਤੀਆਂ ਦੀ ਮੀਟਿੰਗ ਦੇ ਵਿੱਚ। ਠੀਕ ਹੈ। ਵੀ ਆਪਾਂ ਜਿਹੜੇ ਕੋਈ ਦੇਖੋ ਅਸੀਂ ਖੁਦ ਤਾਂ ਕਹਿ ਕੇ ਆਏ, ਉਸ ਦਿਨ ਚੰਡੀਗੜ੍ਹ ਮੀਟਿੰਗ ਹੋਈ ਔਰ ਮੀਟਿੰਗ 'ਚ ਉਹਨਾਂ ਨੂੰ ਕਿਹਾ ਕਿ ਭਾਈ ਇੱਥੇ ਦੀਆਂ ਰੈਲੀਆਂ ਬੰਦ ਕਰੋ ਤੇ ਤੁਸੀਂ ਆਪਣੇ ਕੇਡਰ ਨੂੰ ਕਹੋ ਦਿੱਲੀ ਮੋਰਚਿਆਂ ਤੇ ਆਵੇ ਕਿਸਾਨੀ ਝੰਡੇ ਹੇਠ, ਔਰ ਤੁਸੀਂ ਸਾਰੇ ਦੇ ਸਾਰੇ ਐਮਐਲਏ ਐਮਪੀ ਜਿਹੜੇ ਆ ਉਹ ਜਾ ਕੇ ਉੱਥੇ ਪਾਰਲੀਮੈਂਟ ਦੇ ਅੱਗੇ ਬੈਠੋ। ਮੈਂ ਇਹ ਕਹਾਂਗਾ ਇੱਕ ਕਮੀ ਉਹਨਾਂ ਵੱਲੋਂ ਵੀ ਰਹੀ ਹੈ, ਜਿੱਥੋਂ ਜ਼ਿਆਦਾ ਨੌਜਵਾਨ ਭੜਕੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀ ਕਿਸਾਨੀ ਝੰਡੇ ਹੇਠ, ਉਹਨਾਂ ਨੇ ਆਪਣੀ ਪਾਰਟੀ ਦੇ ਝੰਡੇ ਲਾ ਕੇ ਆ ਗਏ। ਕਿਉਂਕਿ ਹੁਣ ਅਕਾਲੀ ਦਲ ਨੇ ਇਹ ਕਾਲ ਦਿੱਤੀ ਹੋਈ ਸੀ, ਅਕਾਲੀ ਦਲ ਨੇ ਜਿਹੜੀਆਂ ਸਟicker ਲਾਏ ਹੋਏ ਸੀ ਗੱਡੀਆਂ ਤੇ ਉਹ ਵੀ ਅਕਾਲੀ ਦਲ ਦੇ ਸਨ, ਜਿਹੜੇ ਮੋੜੇ ਝੰਡੀਆਂ ਲਾਈਆਂ ਸਨ ਉਹ ਵੀ ਅਕਾਲੀ ਦਲ ਦੀਆਂ ਸਨ, ਔਰ ਐਸਵਾਈ ਦੇ ਝੰਡੇ ਸਨ। ਜੇ ਉਹ ਉਹਨਾਂ ਦੀ ਜਗ੍ਹਾ ਕਿਤੇ ਝੰਡੇ ਕਿਸਾਨੀ ਦੇ ਲਾ ਕੇ ਆਉਂਦੇ, ਮੇਰੇ ਖਿਆਲ 'ਚ ਨਹੀਂ ਕੋਈ ਉਹਨਾਂ ਨੂੰ ਰੋਕਦਾ। ਪਰ ਫਿਰ ਵੀ ਅਸੀਂ ਉਹਨਾਂ ਨੌਜਵਾਨਾਂ ਨੂੰ ਵਰਜਿਆ ਬਿਲਕੁਲ ਕਿ ਤੁਸੀਂ ਇਦਾਂ ਨਾ ਕਰੋ। ਜੇਕਰ ਕੋਈ ਤੁਹਾਨੂੰ ਲੱਗਦਾ ਵੀ ਉਹ ਆਪਣੇ ਝੰਡੇ ਲਾ ਕੇ, ਤੁਹਾਡਾ ਫਰਜ਼ ਇੰਨਾ ਹੀ ਸੀ ਉਹਨਾਂ ਨੂੰ ਹੱਥ ਜੋੜ ਕੇ ਭਾਈ ਆ ਕਿਰਪਾ ਕਰੋ, ਆ ਜਿਹੜੇ ਝੰਡੇ ਤੁਸੀਂ ਆਪਣੇ ਲਾ ਕੇ ਆਪਣੀ ਗੱਡੀ 'ਚ ਰੱਖ ਲਓ, ਉੱਥੇ ਜਾ ਕੇ ਕੱਢ ਲਿਓ, ਜੋ ਮਰਜ਼ੀ ਕਰੀ ਜਾਓ, ਪਰ ਮੋਰਚੇ ਵਿੱਚ ਹੀ ਲੰਘਣਾ ਤੇ ਤੁਸੀਂ ਕੇਵਲ ਕਿਸਾਨੀ ਦਾ ਝੰਡਾ ਲਾ ਕੇ ਲੰਘ ਸਕਦੇ ਹੋ। ਜਿਵੇਂ ਬੀਜੇਪੀ ਦੇ ਉੱਥੇ ਉਤਾਰੇ ਜਾਂਦੇ ਨੇ, ਇੱਦਾਂ ਹੀ ਸਾਰੀਆਂ ਪਾਰਟੀਆਂ ਦੇ ਝੰਡੇ, ਕਿਸੇ ਪਾਰਟੀ ਦਾ ਆਪਣਾ ਝੰਡਾ ਲਾ ਕੇ ਨਹੀਂ ਜਾਊਗਾ। ਇੰਨਾ ਕਰਨਾ ਬਣਦਾ ਸੀ, ਪਰ ਉਹ ਹੱਦ ਤੋਂ ਉੱਪਰ ਕੁਝ ਕਰ ਦਿੱਤਾ। ਜਿਹੜੇ ਕਿਸੇ ਦੀ ਪਰਸਨਲ ਕੋਈ ਗੱਲ ਲਾਈਫ ਹੈਗੀ, ਆਪਣੀ ਗੱਡੀ ਦੇ ਵਿੱਚ ਕੋਈ ਕਿਸੇ ਨੇ ਪੈਗ ਜੈਗ ਰੱਖਿਆ, ਕੋਈ ਬੋਤਲ ਰੱਖੀ, ਉਹਨੂੰ ਵਿਖਾਉਣਾ, ਉਹਨਾਂ ਨੂੰ ਮੰਦੇ ਸ਼ਬਦ ਬੋਲਣੇ, ਦੇਖੋ ਪਰਸਨਲ ਕਿਸੇ ਤੇ ਅਟੈਕ। ਲੋਕਤੰਤਰ ਦੇ ਵਿੱਚ ਅਧਿਕਾਰ ਹੈ, ਹਰ ਇੱਕ ਬੰਦਾ ਆਪਣੀ ਕਮਾਈ ਕਰਦਾ ਹੈ, ਰੋਟੀ ਖਾਂਦਾ ਹੈ। ਆਪਾਂ ਕਿਸੇ ਨੂੰ ਇੰਨਾ ਵੀ ਨਾ ਥ੍ਰੈਟ ਕਰੀਏ ਕਿ ਜਿਹੜਾ ਸਾਡੇ ਅਗੇਂਸਟ ਖੜ ਜਾਵੇ। ਅਸੀਂ ਜੋੜਨਾ ਹੈ, ਤੋੜਨਾ ਨਹੀਂ। ਮੈਂ ਪਹਿਲਾਂ ਸ਼ੁਰੂ ਤੋਂ, ਆਪਾਂ ਜਦੋਂ ਹੁਣ ਸ਼ੁਰੂ ਕੀਤਾ, ਪਹਿਲਾਂ ਕਿਹਾ ਸੀ ਭਈ ਆਪਾਂ ਕੋਈ ਪਹਿਲਾਂ ਅਕਾਲੀ ਸੀ, ਕੋਈ ਕਾਂਗਰਸੀ ਸੀ, ਕੋਈ ਆਮ ਆਦਮੀ ਨਾਲ ਸੀ, ਪਰ ਆਪਾਂ ਇੱਥੇ ਅੱਜ ਕਿਸਾਨੀ ਝੰਡੇ ਥੱਲੇ ਆਏ ਆ, ਸਾਰਾ ਕੁਝ ਛੱਡ ਕੇ ਆਏ ਆ। ਤੇ ਉਹਨਾਂ ਵੀਰਾਂ ਨੂੰ ਵੀ ਚਾਹੀਦਾ ਵੀ ਆਪਣਾ ਝੰਡਾ ਨਾ ਲਾ ਕੇ ਆਉਣ, ਪਰ ਜਿਹੜੇ ਵੀਰ ਰੋਕਦੇ ਨੇ ਉਹਨਾਂ ਨੂੰ ਵੀ ਇਹ ਤਾੜਨਾ ਕਰਦੇ ਆ, ਇੰਜ ਨਾ ਕਰੋ। ਆਪਾਂ ਪੰਜਾਬ ਦੇ ਵਿੱਚ ਕਿ ਯਾਰ ਮਾਹੌਲ ਤਾਂ ਸਿਰਜਿਆ ਵੀ ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਇਕੱਠੇ ਕਰਤੇ, ਅਸੀਂ ਸਾਰੀਆਂ ਕੌਮਾਂ ਨੂੰ ਇਕੱਠੇ ਕਰਦੇ ਕਰਦੇ ਆਪਣੇ ਭਰਾਵਾਂ ਨਾਲ ਹੀ ਲੜਨਾ ਸ਼ੁਰੂ ਕਰਤਾ, ਬੁਰਾ ਭਲਾ ਬੋਲਣਾ ਸ਼ੁਰੂ ਕਰਤਾ। ਮੈਂ ਤੇ ਕੱਲ ਇਹ ਵੀ ਕਿਹਾ ਕਿ ਜੇ ਕਿਸੇ ਪਰਿਵਾਰ ਦਾ ਬਜ਼ੁਰਗ ਮੰਨ ਲਓ ਅਕਾਲੀ ਹੈ ਤੇ ਉਹਦੇ 2-3 ਬੇਟੇ ਇੱਥੇ ਆਏ ਹੋਏ ਨੇ, ਉਹ ਨਾ ਅਕਾਲੀ ਦਲ ਨਾਲ, ਕਿਉਂਕਿ ਇੱਕ ਪਰਿਵਾਰ 'ਚ ਹੁੰਦਾ ਪਿਓ ਕਾਂਗਰਸ ਨਾਲ ਹੁੰਦਾ, ਪੁੱਤਰ ਅਕਾਲੀਆਂ ਨਾਲ ਹੁੰਦਾ, ਇੱਕ ਭਰਾ ਆਮ ਆਦਮੀ ਨਾਲ ਹੁੰਦਾ, ਇਹ ਆਮ ਘਰਾਂ 'ਚ ਚੱਲਦਾ ਬਿਲਕੁਲ। ਪਰ ਜਦੋਂ ਤੁਸੀਂ ਕਿਸੇ ਦੇ ਪਿਓ ਦੀ ਇਨਸਲਟ ਕਰੋਗੇ ਤਾਂ ਕਿਤੇ ਨਾ ਕਿਤੇ ਖੂਨ ਬੋਲਦਾ, ਰੜਕ ਮਾਰਦਾ, ਤਾਂ ਫਿਰ ਉਹਦੇ ਮਨ 'ਚ ਵੀ ਇਹ ਰਖਾਉਂਦਾ ਯਾਰ ਇਹ ਤਾਂ ਹੱਦ ਤੋਂ ਉੱਪਰ ਹੋ ਗਿਆ ਕੰਮ। ਫਿਰ ਉਹ ਅੰਦੋਲਨ ਨੂੰ ਹੋਰ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦੇਗਾ। ਇਹਦੇ ਵਿੱਚ ਅੰਦੋਲਨ ਦੇ ਵਿੱਚ ਇਹਦੇ ਨਾਲ ਕਮੀ ਆਏਗੀ। ਮੈਂ ਬੇਨਤੀ ਕਰਾਂਗਾ ਹੱਥ ਬੰਨ੍ਹ ਕੇ, ਜਿਹੜੇ ਉਹ ਸਾਡੇ ਨੌਜਵਾਨ ਗੱਭਰੂ ਨੇ ਉਹਨਾਂ ਨੂੰ ਬੇਨਤੀ ਕਰਾਂਗੇ, ਵਿਰੋਧ ਕਰਨਾ ਕਾਲੇ ਝੰਡਿਆਂ ਨਾਲ ਵਿਰੋਧ ਕਰ ਦਿਓ ਯਾਰ, ਪਿੱਛੇ ਖੜ ਕੇ ਕਰ ਦਿਓ। ਤੁਸੀਂ ਐ ਗੱਡੀਆਂ ਰੋਕ ਕੇ ਕਿਤੇ ਸ਼ੀਸ਼ੇ ਭੰਨਣੇ, ਡੰਡੇ ਮਾਰਨੇ, ਜਾਂ ਕਿਸੇ ਨੂੰ ਤਾਕੀਆਂ ਖੋਲ ਕੇ ਤੁਸੀਂ ਗੱਦਾਰ ਹੋ, ਇਹ ਗੱਲਸ਼ਪ ਯਾਰ, ਅਸੀਂ ਕੌਣ ਨਹੀਂ ਕਿਹਨੂੰ ਸਰਟੀਫਿਕੇਟ ਦੇਣ ਵਾਲੇ, ਸਾਨੂੰ ਕੋਈ ਅਧਿਕਾਰ ਨਹੀਂ ਵੀ ਅਸੀਂ ਕਿਸੇ ਨੂੰ ਗੱਦਾਰੀ ਦਾ ਸਰਟੀਫਿਕੇਟ ਦਈਏ। ਇਸ ਕਰਕੇ ਅਸੀਂ ਤਾਂ
ਇੱਕ ਬੜੀ ਗੱਲ ਪ੍ਰਚਲਿਤ ਹੋਈ ਸੀ ਜਦੋਂ 26 ਤੋਂ ਬਾਅਦਾਂ, ਤੇ ਨੌਜਵਾਨਾਂ ਨੇ ਉਦੋਂ ਕਿਹਾ ਸੀ ਤੁਹਾਨੂੰ ਕੀ ਅਧਿਕਾਰ ਹੈ ਤੁਸੀਂ ਗੱਦਾਰੀ ਦਾ ਸਰਟੀਫਿਕੇਟ ਦਿੰਦੇ ਹੋ, ਤੇ ਮੈਂ ਹਾਮੀ ਸੀ ਇਸ ਗੱਲ ਦਾ ਕਿ ਸਾਨੂੰ ਕੋਈ ਹੱਕ ਨਹੀਂ ਵੀ ਅਸੀਂ ਜਾ ਕੇ ਕਿਸੇ ਨੂੰ ਸਟੇਜਾਂ ਤੋਂ ਗੱਦਾਰ ਬੋਲੀਏ ਜਾਂ ਕਿਸੇ ਨੂੰ ਗੱਡੀਆਂ ਰੋਕ ਕੇ ਗੱਦਾਰ ਬੋਲੀਏ। ਉਦੋਂ ਤਾਂ ਆਪਾਂ ਕਹਿੰਦੇ ਸੀ ਵੀ ਆਗੂਆਂ ਨੇ ਗੱਦਾਰ ਕਿਹਾ ਤੁਹਾਨੂੰ ਕੀ ਅਧਿਕਾਰ ਹੈ, ਤੇ ਅੱਜ ਅਸੀਂ ਆਪ ਲਾਪੇ ਨੌਜਵਾਨ ਸਾਰੇ ਲੋਕਾਂ ਨੂੰ ਰੋਕ ਰੋਕ ਕੇ ਤੁਸੀਂ ਗੱਦਾਰ ਹੋ ਫਲਾਨਾ। ਫਿਰ ਕਿਤੇ ਨਾ ਕਿਤੇ ਇਹ ਗੱਲ ਨੂੰ ਆਪਾਂ ਨੂੰ ਪਹਿਲਾਂ ਆਪਾਂ ਨੂੰ ਅਮਲ ਕਰਨਾ ਪਊ ਵੀ ਅੰਦੋਲਨ ਨੂੰ ਤਾਂ ਆਪਾਂ ਇਕੱਠਿਆਂ ਕਰਨਾ ਹੈ। ਉਹਨਾਂ ਸਾਰਿਆਂ ਪਾਰਟੀਆਂ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਆਪਣੇ ਝੰਡੇ ਛੱਡ ਕੇ ਕਿਸਾਨੀ ਝੰਡੇ ਹੱਟ ਦਿੱਲੀ ਪਹੁੰਚੋ ਮੋਰਚਿਆਂ ਤੇ, ਇਹ ਤਰ੍ਹਾਂ ਸੰਜੋ ਕੇ ਲਿਆਉਣਾ, ਇਕੱਠੇ ਕਰਕੇ ਲਿਆਉਣਾ, ਨਾ ਕਿ ਕਿਸੇ ਦੇ ਨਿਰਾਸ਼ਤਾ। ਪਰ ਰਾਏ ਸਾਹਿਬ, ਇਸ ਤਰੀਕੇ ਦੇ ਵਿਵਹਾਰ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਭਾਈਚਾਰਕ ਸਾਂਝ, ਪਿੰਡਾਂ ਦੇ ਵਿੱਚ ਧੜੇਬੰਦੀ ਬਹੁਤ ਜ਼ਿਆਦਾ ਵਧੇਗੀ, ਜਿਹਦੇ ਨਾਲ ਅੰਦੋਲਨ ਨੂੰ ਵੀ ਨੁਕਸਾਨ ਹੋਵੇਗਾ? ਬਿਲਕੁਲ ਜੀ ਬਿਲਕੁਲ। ਇਹ ਅਸੀਂ ਇਸੇ ਕਰਕੇ ਤਾਂ ਰੈਲੀਆਂ ਬੰਦ ਕਰਾਈਆਂ ਸੀ। ਇਹ ਨਵਾਂ ਕੰਮ ਨੌਜਵਾਨਾਂ ਨੇ ਸ਼ੁਰੂ ਕਰਤਾ ਵੀ ਮੋਰਚੇ 'ਚ ਖੜ ਕੇ। ਉਹ ਮੈਨੂੰ ਵੀ ਉਸ ਦਿਨ ਫੋਨ ਆਏ ਰਾਤ ਨੂੰ ਜੀ ਵੀ ਆਓ ਇੱਥੇ ਅਸੀਂ ਗੱਡੀਆਂ ਘੇਰੀਆਂ ਹੋਈਆਂ ਨਾ। ਮੈਂ ਇੱਕ ਜਗ੍ਹਾ ਗਿਆ ਵੀ ਮੈਂ ਨੌਜਵਾਨਾਂ ਨੂੰ ਕਿਹਾ ਵੀ, ਪਰ ਉਹ ਜਿਹੜੀ ਵੀਡੀਓ ਬਣ ਕੇ ਆਈ ਆ ਉਹ ਤੋਂ ਅਗਲੇ 3-4 ਜਗ੍ਹਾ ਮੋਰਚੇ 'ਚ ਰੋਕੇ ਸੀ, ਤੇ ਉਹ ਅਗਲੇ ਦੀ ਵੀਡੀਓ ਬਣੀ ਆ, ਉੱਥੇ ਦੀ ਵੀਡੀਓ ਅਸੀਂ ਨਹੀਂ ਬਣਾਉਣ ਦਿੱਤੀ। ਉੱਥੇ ਜਾ ਕੇ ਕਿਹਾ ਨੌਜਵਾਨਾਂ ਨੂੰ ਹੱਥ ਜੋੜ ਕੇ ਵੀ ਰੱਬ ਦਾ ਵਾਸਤਾ ਇੱਦਾਂ ਨਾ ਕਰੋ, ਇਹ ਕੋਈ ਗੱਲ ਨਹੀਂ। ਇਹਨਾਂ ਨੂੰ ਕਹਿੰਦੇ ਆ ਵੀ ਭਾਈ ਤੁਸੀਂ ਵੀ ਆਪਣੇ ਝੰਡੇ ਦਾ ਬਿੱਲੇ ਲਾ ਕੇ ਜਾਓ, ਜਿਹੜੇ ਸਟicker ਲੱਗੇ ਵਾ, ਬਿਲਕੁਲ ਤੁਸੀਂ ਕਿਸਾਨੀ ਝੰਡੇ ਥੱਲੇ ਜਾਓ। ਤੁਹਾਡੀ ਵੀ ਇਹ ਗਲਤੀ ਆ ਕਿ ਤੁਸੀਂ ਝੰਡੇ ਜਿਹੜੇ ਲਾ ਕੇ ਆ ਗਏ ਪਾਰਟੀ ਦੇ ਤੇ ਜਿਹੜੇ ਸਟicker ਪਾਰਟੀ ਦੇ ਲਾ ਕੇ ਆ ਗਏ, ਇਹ ਮੋਰਚੇ ਦੇ ਵਿੱਚ ਹੀ ਲੰਘਣਾ ਹੋਵੇ, ਇੰਜ ਨਾ ਲਾ ਕੇ ਆਓ। ਆਪਣੀਆਂ ਗੱਡੀਆਂ ਦੇ ਅੰਦਰ ਰੱਖੋ ਯਾਰ, ਉੱਥੇ ਜਾ ਕੇ ਲਾ ਲਓ। ਜੇ ਤੁਸੀਂ ਸੁਖਬੀਰ ਬਾਦਲ ਨੂੰ ਦਿਖਾਉਣੇ ਆ, ਤੁਸੀਂ ਆਪਣੇ ਪ੍ਰਧਾਨ ਨੂੰ ਵਿਖਾਉਣੇ ਆ, ਉਹ ਚਾਹੇ ਕਾਂਗਰਸ ਵਾਲਿਆਂ ਨੇ ਆਪਣੇ ਪ੍ਰਧਾਨ ਨੂੰ ਵਿਖਾਉਣੇ ਹੋਣ, ਉਹਨੂੰ ਗੱਡੀ 'ਚ ਰੱਖੋ। ਜਿਹੜੇ ਅੰਦੋਲਨ ਚਾਹੇ ਹੌਸਲੇ ਤੁਹਾਡੇ ਹੱਥ 'ਚ ਝੰਡਾ, ਤੁਹਾਡੀ ਗੱਡੀ ਤੇ ਝੰਡਾ। ਜੇ ਕਿਸਾਨੀ ਦਾ ਹੋਊਗਾ ਹੋਰ ਬਲ ਮਿਲੂਗਾ, ਤੁਹਾਨੂੰ ਰਿਸਪੈਕਟ ਵੀ ਮਿਲੂਗੀ। ਰਾਏ ਸਾਹਿਬ, ਆਖਰੀ ਸਵਾਲ। ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਬਾਰੇ ਬੋਲਦੇ ਹਾਂ, ਮੋਰਚੇ ਤੋਂ ਬੋਲਦੇ ਹਾਂ, ਵੱਖ-ਵੱਖ ਆਗੂਆਂ ਦੇ ਵੱਖ-ਵੱਖ ਬਿਆਨ ਹੁੰਦੇ ਨੇ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਾਡੇ ਕਿਸਾਨੀ ਨੂੰ ਪਿਆਰ ਕਰਨ ਵਾਲਿਆਂ ਦਾ ਇਹ ਵੀ ਸਵਾਲ ਆਉਂਦਾ ਹੈ ਕਿ ਕਿਸਾਨ ਆਪਣੀ ਪਾਰਟੀ ਕਿਉਂ ਨਹੀਂ ਬਣਾ ਲੈਂਦੇ? ਦੇਖੋ ਵੀਰ ਜੀ, ਮੈਂ ਇਹ ਗੱਲ ਕਹਾਂਗਾ ਕਿ ਜੋ ਲੋਕ ਸਿਧਾਂਤਵਾਦੀ ਹੁੰਦੇ ਨੇ ਉਹ ਹਮੇਸ਼ਾ ਹੀ ਆਪਣੀ ਮੰਜ਼ਿਲ ਤੇ ਪਹੁੰਚਦੇ ਨੇ। ਜਦੋਂ ਸਿਧਾਂਤਾਂ ਤੋਂ ਆਪਾਂ ਹਟ ਜਾਵਾਂਗੇ ਆਪਾਂ ਮੰਜ਼ਿਲ ਤੇ ਨਹੀਂ ਪਹੁੰਚ ਸਕਾਂਗੇ। ਆਪਣੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਗਏ, ਆਪਣੇ ਲੜਾਈ ਸਿਧਾਂਤਾਂ ਦੀ ਲੈ ਗਏ, ਤਿੰਨੋਂ ਖੇਤੀ ਕਾਨੂੰਨਾਂ ਦੀ। ਸਾਡੇ ਸਿਧਾਂਤ ਸੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ ਨੇ, ਨਾ ਕਿ ਸੱਤਾ ਦਾ ਬਦਲਾਅ ਕਰਨਾ ਹੈ। ਠੀਕ ਹੈ, ਮਾਹੌਲ ਸਿਰਜਿਆ ਗਿਆ, ਅੱਜ ਲੋਕਾਂ ਦੀ ਆਵਾਜ਼ ਆ ਗਈ ਵੀ ਜੀ ਸੱਤਾ ਦਾ ਬਦਲਾਅ ਹੋਣਾ ਚਾਹੀਦਾ। ਕਿਸਾਨ ਕਿਉਂ ਨਹੀਂ ਆਪਣੀ ਪਾਰਟੀ ਨੂੰ ਅਨਾਉਂਸ ਕਰਦੇ ਕੋਈ? ਮੈਂ ਇਹ ਕਹਿਣਾ ਚਾਹਾਂਗਾ, ਆਪਾਂ ਅੰਦੋਲਨ ਦੀ ਕੀਮਤ ਤੇ ਸੱਤਾ ਦਾ ਬਦਲਾਅ ਕਰਨਾ ਨਹੀਂ। ਸਾਡੇ ਗੁਰੂ ਸਾਹਿਬਾਨਾਂ ਨੂੰ ਮੈਂ ਇਹ ਕਹਾਂਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜੇ ਬੜੇ ਲਾਲਚ ਦਿੱਤੇ ਗਏ ਉਸ ਸਮੇਂ ਵੀ ਤੁਹਾਨੂੰ ਅਸੀਂ ਬਾਦਸ਼ਾਹ ਇਸ ਏਰੀਏ ਦਾ ਘੋਸ਼ਿਤ ਕਰ ਦਿੰਦੇ, ਤੁਹਾਨੂੰ ਆਹ ਦੇ ਦਿੰਦੇ, ਉਹ ਦੇ ਦਿੰਦੇ ਮੁਗਲਾਂ ਵੱਲੋਂ, ਤੁਸੀਂ ਪਿੱਛੇ ਹਟ ਜਾਓ, ਸਾਨੂੰ ਬਾਕੀ ਏਰੀਏ ਦੇ ਵਿੱਚ ਆਪਣਾ ਕੰਮ ਕਰਨ ਦਿਓ। ਪਰ ਉਹਨਾਂ ਨੇ ਸਿਧਾਂਤਾਂ ਦੀ ਲੜਾਈ ਰੱਖੀ ਵੀ ਨਹੀਂ, ਸਾਡੇ ਸਿਧਾਂਤ ਨੇ ਸ਼ਹਾਦਤਾਂ ਦੇਤੀਆਂ। ਸਾਡੀ ਤਾਂ ਕੌਮ ਨੂੰ ਯਾਰ ਥਾਪੜਾ ਇਸ ਗੱਲ ਦਾ ਕਿ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਣਾ। ਉਹ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਸੀ, ਉਹ ਚਾਹੇ 1947 ਦੇ ਟਾਈਮ ਸੀ, ਭਗਤ ਸਿੰਘ ਹੁਣੀ, ਊਧਮ ਸਿੰਘ ਹੁਣੀ, ਕੀ ਨਹੀਂ ਸੀ ਕਰ ਸਕਦੇ? ਉਹ ਉਹਨਾਂ ਸਿਧਾਂਤਾਂ ਦੀ ਲੜਾਈ ਸੀ ਵੀ ਨਹੀਂ, ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਭਾਵੇਂ ਸ਼ਹਾਦਤਾਂ ਪ੍ਰਾਪਤ ਕਰ ਦਈਏ ਜੀ। ਫਿਰ ਮੈਂ ਕਹੂੰਗਾ, ਕਈ ਵਾਰੀ ਲੋਕ ਉਲਟ ਪਾਸੇ ਲੈ ਜਾਂਦੇ ਆ, ਸੰਤ ਜਰਨੈਲ ਸਿੰਘ ਜੀ, ਉਹਨਾਂ ਦੀ ਵੀ ਸਿਧਾਂਤਾਂ ਦੀ ਲੜਾਈ ਸੀ। ਬੇਸ਼ੱਕ ਬਾਅਦ ਸਰਕਾਰ ਨੇ ਉਹਨੂੰ ਬਦਨਾਮ ਕੀਤਾ, ਹੋਰ ਚਿਹਰਾ ਬਣਾਇਆ, ਇਹਦਾ ਜੀ ਫਲਾਣੇ ਨੇ, ਖਾਲਿਸਤਾਨੀ ਨੇ, ਸਿਧਾਂਤਾਂ ਦੀ ਲੜਾਈ ਸੀ। ਉਹ ਪੰਜਾਬ ਦੇ ਵੱਖਰੇ ਹੱਕਾਂ ਦੀ ਗੱਲ ਕਰਦੇ ਸੀ, ਜੋ ਸਾਡੇ ਨਾਲ ਵਾਅਦਾ ਕੀਤਾ 1947 ਚ ਸਰਕਾਰਾਂ ਨੇ, ਉਹਦੀ ਮੰਗ ਕਰਦੇ ਸੀ ਉਹ। ਤੇ ਉਹ ਸਿਧਾਂਤਾਂ ਦੀ ਲੜਾਈ ਤੋਂ ਨਹੀਂ ਹਟੇ, ਸ਼ਹਾਦਤ ਦੇ ਗਏ। ਤੇ ਫਿਰ ਸਾਡੀ ਤਾਂ ਕੌਮ ਦੇ ਜਿੰਨੇ ਰਹਿਬਰ ਹੋਏ ਨੇ ਸਾਰਿਆਂ ਨੇ ਆਪਣੇ ਸਿਧਾਂਤਾਂ ਦੀ ਲੜਾਈ ਲੜੀ ਹੈ, ਤੇ ਆਪਾਂ ਅੱਜ ਆਪਣੇ ਸਿਧਾਂਤਾਂ ਤੋਂ ਹਟ ਕੇ ਕਿਵੇਂ ਪਿੱਛੇ ਆ ਜਾਈਏ? ਫਿਰ ਮੈਂ ਕਹੂੰਗਾ, ਜੇ ਆਪਣੇ ਸਿਧਾਂਤਾਂ ਤੋਂ ਹਟ ਕੇ ਆਉਣੇ ਆ, ਆਪਾਂ ਪੰਜਾਬ ਦਾ ਕਦੇ ਵੀ ਨਹੀਂ ਭਲਾ ਕਰ ਸਕਦੇ। ਔਰ ਜੇਕਰ ਅੱਜ ਇਸ ਅੰਦੋਲਨ ਨੂੰ ਜਿੱਤਦੇ, ਮੰਨ ਲਓ ਆਹ 5 ਸਾਲ ਅੰਦੋਲਨ ਲੰਬਾ ਚੱਲ ਜਾਂਦਾ ਜੀ, ਫਿਰ ਕੀ ਜਵਾਬ ਹੈ ਆਮ ਲੋਕਾਂ ਦਾ? ਫਿਰ ਇਲੈਕਸ਼ਨ ਤਾਂ ਲੰਘ ਜਾਏਗੀ ਯਾਰ। ਜਿੱਥੇ 70 ਸਾਲ ਸੰਤਾਪ ਹੋ ਗਿਆ, 5 ਸਾਲ ਹੋਰ ਨਹੀਂ ਭੋਗ ਸਕਦੇ। ਪਰ ਜਦੋਂ ਤੁਸੀਂ ਆਪਣੇ ਸਿਧਾਂਤਾਂ ਦੀ ਜਿੱਤ ਕਰਕੇ ਆਓਗੇ, ਜਦੋਂ ਵੀ ਤੁਸੀਂ ਪੰਜਾਬ 'ਚ ਉੱਠ ਕੇ ਖੜੇ ਹੋ ਜਾਓਗੇ ਕਿ ਭਾਈ ਇਹ 'ਚ ਬਦਲਾਅ ਲਿਆਉਣਾ, ਤੁਹਾਡੇ ਨਾਲ ਨੌਨ ਐਗਰੀਕਲਚਰ ਲੋਕ ਜਿਹੜੇ ਖੇਤੀ ਕਿੱਤੇ ਨਾਲ ਨਹੀਂ ਵੀ ਜੁੜੇ ਹੋ, ਉਹ ਵੀ ਆਖਣਗੇ ਕਿ ਭਾਈ ਇਹ ਉਹ ਲੋਕ ਨੇ ਜਿਹੜੇ ਸਿਧਾਂਤਵਾਦੀ ਨੇ, ਇਹ ਜੋ ਕਹਿੰਦੇ ਨੇ ਉਹ ਕਰਦੇ ਨੇ, ਇਹਨਾਂ ਦੀ ਕਹਿਣੀ ਤੇ ਕਰਨੀ 'ਚ ਕੋਈ ਅੰਤਰ ਨਹੀਂ। ਤੇ ਇਹ ਅੱਜ ਵੀ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ, ਭਲਾ ਕਰਕੇ ਹਟਣਗੇ। ਫਿਰ ਤੁਸੀਂ ਉਦੋਂ ਹੀ ਸੱਤਾ ਦਾ ਬਦਲਾਅ ਕਰ ਦਿਓਗੇ, ਉਦੋਂ ਹੀ ਪੰਜਾਬ 'ਚ ਬਦਲਦੇ ਹੋਗੇ। ਉਹ ਹੋਰ 5 ਸਾਲਾਂ ਨੂੰ ਬਦਲਣਗੇ, ਕਿਹੜੀ ਗੱਲ ਆ ਗਈ, ਕਹਾਰੀ ਆ ਗਈ? ਆਪਾਂ ਇਹਨੂੰ ਅੰਦੋਲਨ ਨੂੰ ਵਿਛੜ ਕੇ ਆ ਜਾਈਏ। ਮੈਂ ਛੋਟੀ ਜਿਹੀ ਗੱਲ ਕਰਕੇ ਸਮਾਪਤੀ ਕਰੂੰਗਾ। ਅੰਨਾ ਹਜ਼ਾਰੇ ਦਾ ਅੰਦੋਲਨ ਖੜਾ ਹੋਇਆ ਲੋਕਪਾਲ ਬਿੱਲ ਤੇ ਲੋਕਪਾਲ ਬਿੱਲ ਤੇ ਅੰਦੋਲਨ ਖੜਾ ਹੋਇਆ, ਐਡਾ ਅੰਦੋਲਨ ਖੜਾ ਹੋਇਆ, ਸੱਤਾ ਬਦਲ ਗਈ,
ਬੀਜੇਪੀ ਨੂੰ ਮੌਕਾ ਮਿਲ ਗਿਆ ਕੇਂਦਰ ਸਾਂਭਣ ਦਾ, ਕੇਜਰੀਵਾਲ ਨੂੰ ਮੌਕਾ ਮਿਲ ਗਿਆ ਦਿੱਲੀ ਸਾਂਭਣ ਦਾ। ਲੋਕਪਾਲ ਬਿੱਲ ਕਿੱਥੇ ਹੈ? ਆਪਣੇ ਇਹਨਾਂ ਤਿੰਨੋਂ ਬਿੱਲਾਂ ਨੂੰ ਛੱਡ ਕੇ ਆ ਜਾਈਏ, ਇਹਨਾਂ ਨੂੰ ਰੋਲ ਦਈਏ। ਅੱਜ ਵੀ ਪੰਜਾਬ ਤੇ ਹਰਿਆਣਾ ਤਾਂ ਪਤਾ ਹੈ ਕੇਂਦਰ ਨੂੰ ਕਿ ਪੰਜਾਬ ਤੇ ਹਰਿਆਣਾ ਤਾਂ ਇਹ ਬੀਜੇਪੀ ਦੇ ਤਾਂ ਲਾਗੇ ਵੀ ਨਹੀਂ ਲੱਭਣਾ ਨਹੀਂ। ਤੇ ਜੇ ਪੰਜਾਬ ਦੀ ਸੱਤਾ ਹਾਸਲ ਵੀ ਕਰ ਲਈ, ਪੰਜਾਬ 'ਚ MP ਵੀ ਬਣਾ ਲਿਆ, ਤੇ ਸਾਨੂੰ ਪੂਰੇ ਭਾਰਤ ਦੇ ਬਦਲਾਅ ਦੀ ਲੋੜ ਹੈ। ਬਿਲਕੁਲ। ਤੇ ਪੂਰੇ ਭਾਰਤ ਦਾ ਬਦਲਾਅ ਇਕੱਲੇ ਪੰਜਾਬ ਨੂੰ ਜਿੱਤ ਕੇ ਨਹੀਂ ਹੋਣਾ, ਅਸੀਂ ਤਾਂ ਪੂਰੇ ਭਾਰਤ ਨੂੰ ਬਦਲਣ ਤੇ ਤੁਰੇ ਆ। ਅੱਜ ਯੂਪੀ ਦੀ ਗੱਲ ਕਰਦੇ ਆ, ਉੱਤਰਾਖੰਡ ਦੀ ਗੱਲ ਕਰਦੇ ਆ, ਬੰਗਾਲ ਦੀ ਗੱਲ ਕਰਦੇ ਆ, ਬਾਕੀ ਸਟੇਟਾਂ ਦੀ ਗੱਲ ਕਰਦੇ ਆ। ਤੇ ਉਹਦਾ ਮਤਲਬ ਇਹ ਹੈ ਕਿ ਅਸੀਂ ਪੂਰੇ ਭਾਰਤ 'ਚੋਂ ਬੀਜੇਪੀ ਭਜਾਉਣੀ ਆ, ਪੂਰੇ ਭਾਰਤ ਦੇ ਵਿੱਚ ਤੰਤਰ ਬਦਲਣਾ ਹੈ। ਤੇ ਫਿਰ ਖੇਤੀ ਕਾਨੂੰਨ ਦਿੱਲੀ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉੱਥੇ ਬਦਲ ਹੋਣੇ ਆ, ਉੱਥੇ ਗੱਲਾਂ ਲਿਖਾਉਣੀਆਂ ਜਿਹੜੇ ਨਵੇਂ ਸੰਵਿਧਾਨ ਦੀਆਂ ਲਿਖਾਉਣੀਆਂ, ਜਿਹੜੀ ਸੋਧ ਕਰਦੇ ਨੇ ਸੰਵਿਧਾਨ 'ਚ। ਨਵਾਂ ਤਾਂ ਅਸੀਂ ਕਿਉਂ ਲਿਖਾਂਗੇ? ਭੀਮ ਰਾਓ ਅੰਬੇਦਕਰ ਜੀ ਨੇ ਬੜਾ ਚੰਗਾ ਸੰਵਿਧਾਨ ਲਿਖਿਆ, ਮੇਰੇ ਮੂੰਹ ਨਿਕਲ ਗਈ ਗੱਲ, ਪਰ ਮੈਂ ਕਹਾਂਗਾ ਇੱਕ ਚੰਗੀ ਸੋਧ ਦੀ ਗੱਲ, ਚੰਗੇ ਲੋਕਾਂ ਦੇ ਹਿੱਤਾਂ ਦੀ ਗੱਲ, ਕੋਈ ਨਵੇਂ ਕਾਨੂੰਨ ਬਣਾਉਣ ਦੀ ਗੱਲ, ਉਹ ਹੋਣੀ ਆ ਦਿੱਲੀ ਬੈਠ ਕੇ, ਇਕੱਲੇ ਪੰਜਾਬ ਨੂੰ ਜਿੱਤ ਕੇ ਨਹੀਂ ਬੈਠਣਾ। ਤੇ ਇਸ ਕਰਕੇ ਮੈਂ ਬਾਰ-ਬਾਰ ਬੇਨਤੀ ਕਰਾਂਗਾ, ਅੱਜ ਆਪਾਂ ਮਾਹੌਲ ਕ੍ਰੀਏਟ ਕਰੀਏ ਪੂਰੇ ਭਾਰਤ ਦੇ ਵਿੱਚ ਜੀ, ਫੇਰ ਕਰ ਲਾਂਗੇ ਯਾਰ ਜਿੱਦਾਂ ਤੁਸੀਂ ਕਹੋਗੇ। ਤੁਹਾਤੋਂ ਬਾਹਰੇ ਥੋੜੋ ਹੈ, ਮੈਂ ਨਹੀਂ ਮੰਨਿਆ ਵੀ ਮੈਂ ਨਹੀਂ ਇਲੈਕਸ਼ਨ ਲੜਨੀ, ਮੈਂ ਬਹੁਤ ਵਾਰ ਕਿਹਾ, ਪਰ ਜਿੱਧਰ ਤੁਸੀਂ ਕਹੋਗੇ ਜਿਹੜੇ ਪਾਸੇ ਨੂੰ ਤੋਰੋਗੇ ਅਸੀਂ ਤੁਰਾਂਗੇ, ਕੋਈ ਗੱਲ ਨਹੀਂ ਹੈ। ਤੇ ਇਸ ਕਰਕੇ ਜਲਦਬਾਜ਼ੀ ਚ ਆ ਕੇ ਨਾ ਕਹੋ ਵੀ ਕਿਸਾਨ ਡਰਦੇ ਨੇ, ਪਿੱਲੇ ਨੇ, ਫਲਾਨਾ, ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ। ਆਪਾਂ ਅੱਜ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣੇ ਤੇ MSP ਦੇ ਗਰੰਟੀ ਕਾਨੂੰਨ ਬਣਾਉਣ, ਆਪਣੇ ਸਿਧਾਂਤਾਂ ਦੀ ਜਿੱਤ ਕਰੀਏ, ਫਿਰ ਸੱਤਾ ਦਾ ਬਦਲਾਅ ਕਰ ਲਾਂਗੇ। ਬਹੁਤ ਬਹੁਤ ਧੰਨਵਾਦ ਰਾਏ ਸਾਹਿਬ। ਬਹੁਤ ਬਹੁਤ ਬਲਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।